सतनाम करता पुरख निरभव निर्वैर अकाल मूर्त अजूनी सैभं गुर प्रसाद वाहगुरु 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 जी का खालसा वाहगुरु जी की फतेह। गुरमत एजुकेशन मिशन दिल्ली और सिख मिशनरी कॉलेज लुधियाना ਦੀ ਇਸ ਸਾਂਝੀ ਕਲਾਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੇ ਵਿਸ਼ੇ ਨੂੰ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕਰਕੇ ਅਸੀਸ ਮੰਗਦਾ। ਆਸ ਹੈ ਆਪ ਬੜੇ ਪਿਆਰ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਪੂਰੀ ਤਵੱਜੋ ਨਾਲ ਅੱਜ ਦੇ ਵਿਚਾਰ ਨੂੰ ਸਰਵਣ ਕਰੋਗੇ। ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਜੋ ਤਰਾਸਰੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਤਨਾਸਰੀ ਰਾਗ ਦੇ ਵਿੱਚ ਸੋਹਲੇ ਦੀ ਬਾਣੀ ਵਿੱਚ ਅਸੀਂ ਇਸ ਸ਼ਬਦ ਨੂੰ ਪੜ੍ਹਦੇ ਹਾਂ ਰਾਤ ਨੂੰ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 13 ਦੇ ਉੱਪਰ ਸੁਭਾਈਮਾਨ ਹੈ, ਜਿਸ ਦੇ ਰਹਾਉ ਦੀ ਪੰਕਤੀ ਹੈ ਕਿ ਗगन ਮੈਂ ਥਾਰ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਜੋ ਗੱਲ ਸਮਝਾਈ ਹੈ ਉਹਦਾ ਪਿਛੋਕੜ ਜਾਂ ਉਹਦਾ ਬੈਕਗਰਾਉਂਡ ਇਹ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ ਦੇ ਵਿੱਚ ਪੂਰਬ ਵਾਲੇ ਪਾਸੇ ਗਏ ਤਾਂ ਜਗਨਨਾਥ ਪੁਰੀ ਜਿੱਥੇ ਜਗਨਨਾਥ ਦਾ ਮੰਦਿਰ ਹੈ ਉਸ ਮੰਦਿਰ ਦੇ ਵਿੱਚ ਸ਼ਾਮ ਦੇ ਟਾਈਮ ਪਹੁੰਚੇ ਤੇ ਉੱਥੇ ਜਗਨਨਾਥ ਜਿਸ ਨੂੰ ਉਹ ਭਗਵਾਨ ਕਹਿੰਦੇ ਸਨ ਉਸ ਦੀ ਆਰਤੀ ਬੜੇ ਹੀ ਜੋਸ਼ੋ ਖਰੋਸ਼ ਨਾਲ ਔਰ ਦੀਵੇ ਬਾਲ ਕੇ ਧੂਪ ਜਲਾ ਕੇ ਚੌਰ ਕਰਕੇ ਉਸ ਮੂਰਤੀ ਦੇ ਉੱਤੇ ਤੇ ਬੜੇ ਹੀ ਵਜਦ ਵਿੱਚ ਆ ਕੇ ਉਹ ਆਰਤੀ ਕੀਤੀ ਜਾ ਰਹੀ ਸੀ। ਤੇ ਜਦੋਂ ਉਹਨਾਂ ਨੇ ਆਰਤੀ ਆਰੰਭ ਕੀਤੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਬਾਹਰ ਨਿਕਲ ਕੇ ਆ ਗਏ ਤੇ ਉਹ ਬਾਹਰ ਹੀ ਜਿਹੜਾ ਪੁਰੀ ਦੇ ਕੋਲ ਸਮੁੰਦਰ ਸੀ ਤੱਟ ਉੱਥੇ ਜਾ ਕੇ ਬੈਠ ਗਏ ਤੇ ਭਾਈ ਮਰਦਾਨੇ ਨੂੰ ਕਿਹਾ ਰਬਾਬ ਛੇੜ ਵੀ ਬਾਣੀ ਆਈ ਹੈ ਤੇ ਉਹ ਬਾਣੀ ਜੋ ਮੈਂ ਆਪ ਜੀ ਨੂੰ ਦੱਸੀ ਹੈ ਕਿ ਗगन ਮੈਂ ਥਾਲ ਰਬ ਚੰਦ ਦੀਪਕ ਵਾਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਖੁੱਲੇ ਅਸਮਾਨ ਦੇ ਵਿੱਚ ਤਾਰਿਆਂ ਦੀ ਛਾਂ ਦੇ ਵਿੱਚ ਉਹ ਬੜੀ ਸੋਹਣੀ ਸੋਹਣੀ ਜਿਹੜੀ ਹਵਾ ਸਮੁੰਦਰ ਦੇ ਵਿੱਚੋਂ ਆ ਰਹੀ ਸੀਗੀ ਉਸ ਦੇ ਵਿੱਚ ਬੈਠ ਕਰਕੇ ਉਹਨਾਂ ਨੇ ਉਹ ਸ਼ਬਦ ਦਾ ਜਦੋਂ ਗਾਇਨ ਕੀਤਾ ਤਾਂ ਉਸ ਦੀ ਆਵਾਜ਼ ਮੰਦਿਰ ਦੇ ਵਾਲੇ ਪਾਸੇ ਵੀ ਗਈ ਤਾਂ ਹੋਰ ਵੀ ਜਿਹੜੇ ਉੱਥੇ ਦਰਸ਼ਨ ਕਰਨ ਆਏ ਸਨ ਉਹ ਸਾਰੇ ਉਹਨਾਂ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤੇ ਉੱਥੇ ਉਹਨਾਂ ਕੋਲੋਂ ਸਵਾਲ ਕੀਤਾ ਵੀ ਤੁਸੀਂ ਸਾਡੇ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਤਾਂ ਜਿਹੜਾ ਉਹਨਾਂ ਨੂੰ ਐਕਸਪਲੇਨੇਸ਼ਨ ਦਿੱਤੀ ਸੀ ਉਹ ਇਹ ਹੈ ਕਿ ਜਿਸ ਜਗਨਨਾਥ ਨੂੰ ਤੁਸੀਂ ਮੂਰਤੀਮਾਨ ਕੀਤਾ ਹੋਇਆ ਹੈ ਅਸਲ ਵਿੱਚ ਜਗਨਨਾਥ ਜੋ ਸਾਰੇ ਜਗਤ ਦਾ ਮਾਲਕ ਹੈ ਉਹ ਇੱਕ ਪਰਮਾਤਮਾ ਹੈ ਤੇ ਉਸ ਦੇ ਜਿਹੜੀ ਹੈ ਕੋਈ ਵੀ ਅਲੱਗ ਤਰੀਕੇ ਦੇ ਨਾਲ ਉਸ ਨੂੰ ਕੋਈ ਮੂਰਤੀਮਾਨ ਨਹੀਂ ਕਰ ਸਕਦਾ ਔਰ ਜਿੰਨਾ ਵੱਡਾ ਉਹ ਪਰਮਾਤਮਾ ਹੈ ਜਿੰਨੀ ਵੱਡੀ ਉਹਦੀ ਕੁਦਰਤ ਹੈ ਉਨੀ ਹੀ ਵੱਡੇ ਤਰੀਕੇ ਨਾਲ ਉਹਦੀ ਉਸਤਤੀ ਜਿਵੇਂ ਅਸੀਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਹਾਂ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਤੋ ਇਹ ਭੈ ਵਿੱਚ ਚਲੇ ਲਖ ਦਰਿਆਓ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਇਸ ਬੈਕਗਰਾਉਂਡ ਵਿੱਚ ਆਉਣ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਉਹ ਪਰਮਾਤਮਾ ਇੰਨਾ ਵਿਸ਼ਾਲ ਹੈ ਕਿ ਸਗਲ ਭਵਨ ਕੀ ਮੂਰਤ ਏਕਾ ਕਿ ਸਾਰੇ ਸੰਸਾਰ ਦੀ ਜੋ ਵੀ ਉੱਥੇ ਰਚਨਾ ਹੈ ਉਹ ਸਾਰੇ ਨੂੰ ਇਕੱਠਾ ਕਰੀਏ ਤਾਂ ਕਿਤੇ ਪਰਮਾਤਮਾ ਦੀ ਉਹ ਇੱਕ ਵਜੂਦ ਬਣ ਸਕਦਾ ਹੈ। ਨਹੀਂ ਤਾਂ ਅਸੀਂ ਜੋ ਛੋਟੀਆਂ ਮੋਟੀਆਂ ਮੂਰਤੀਆਂ ਜਿਵੇਂ ਆਪ ਜੀ ਨੇ ਬਣਾਈਆਂ ਹੋਈਆਂ ਨੇ ਇਹ ਜਿਹੜੀ ਹਰ ਕਿਸੇ ਵੀ ਤਰੀਕੇ ਨਾਲ ਉਸ ਪਰਮਾਤਮਾ ਨੂੰ ਜਗਤ ਦੇ ਨਾਥ ਨੂੰ ਪਰਸੋਨੀਫਾਈ ਨਹੀਂ ਕਰਦੀ। ਤੇ ਫਿਰ ਉਹਨਾਂ ਨੂੰ ਕਿਹਾ ਵੀ ਜੇ ਅਸੀਂ ਤੇ ਆਰਤੀ ਇੱਥੇ ਦੀਵੇ ਬਾਲ ਕੇ ਕਰ ਰਹੇ ਹਾਂ ਤੇ ਤੁਸੀਂ ਕਿਵੇਂ ਆਰਤੀ ਕਰ ਰਹੇ ਹੋ ਉਸ ਪਰਮਾਤਮਾ ਦੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਆਰਤੀ ਨਹੀਂ ਕਰ ਰਿਹਾ, ਆਰਤੀ ਤੇ ਉਸ ਦੀ ਕੁਦਰਤ ਕਰ ਰਹੀ ਹੈ
ਜਿਸ ਦੇ ਵਿੱਚ ਉਹ ਕਣਕਾਂ ਦੇ ਵਿੱਚ ਉਹ ਪਰਮਾਤਮਾ ਸਮਾਇਆ ਹੈ। ਤੇ ਉਸ ਦੀ ਆਰਤੀ ਇਹ ਕੁਦਰਤ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਜਗਨਨਾਥ ਆਪਣੀ ਕੁਦਰਤ ਦੇ ਵਿੱਚ ਜਿਸਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਵਿੱਚ ਉਹ ਆਪ ਜਿਹੜਾ ਹੈ ਉਹ ਬਿਰਾਜਮਾਨ ਹੈ ਔਰ ਸਮਾਇਆ ਹੋਇਆ ਹੈ। तो सतगुरु नानक पातशाह ने जो रहाओ की गल मैं आप जी ਨੂੰ ਪੜ੍ਹ ਕੇ ਸੁਣਾਈ ਹੈ, ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰਾ ਆਕਾਸ਼ ਮਾਨੋ ਥਾਲ ਹੈ ਤੇ ਸੂਰਜ ਤੇ ਚੰਦ ਉਸ ਥਾਲ ਵਿੱਚ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ ਮਾਨੋ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਤੇ ਜਿਹੜੇ ਮੱਲੇ ਪਰਬਤ ਵੱਲੋਂ ਜੋ ਆਉਣ ਵਾਲੀ ਖੁਸ਼ਬੂਦਾਰ ਹਵਾ ਹੈ ਉਹ ਮਾਨੋ ਧੂਪ ਤੋਂ ਕਰ ਰਹੀ ਹੈ ਤੇ ਹਵਾ ਚੌਰ ਕਰ ਰਹੀ ਹੈ। ਇਹ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਆਦਿ ਦਾ ਕੰਮ ਕਰ ਰਹੀ ਹੈ। तो ये जो गुरु नानक पातशाह का उपदेश सीगा, आप सारा शब्द पढ़ते हो, मैं सारा आप जी दे नाल विचार नहीं कर रहा, लेकिन जो टूक मात्र इस दे विचों असीं सेध लैनी है वो ये है कि आरती जड़ी उन्होंने भी कहा, इस शब्द के अंदर भी है कि कैसी आरती होए भाव खंडना तेरी आरती, कि हे संसार दे भाव नूं दुखां नूं डर नूं दूर करन वालिया तेरी आरती इन्हां छोटे मोटे दीवियां नाल ਜਾਂ ਛੋਟੇ ਮੋਟੇ ਜਿਹੜੀ ਧੂਫ ਰੱਖਣ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਕੋਈ ਖਾਣ ਦਾ ਪਦਾਰਥ ਅਰਪਣ ਕਰਨ ਨਾਲ, ਘੰਟੀਆਂ ਵਜਾਉਣ ਨਾਲ ਜਾਂ ਇਸ ਤਰੀਕੇ ਨਾਲ ਇਹ ਆਰਤੀ ਤੇਰੀ ਨਹੀਂ ਹੋ ਸਕਦੀ। ਕੈਸੀ ਆਰਤੀ ਹੋਏ ਭਾਵ ਕੁਐਸਚਨ ਮਾਰਕ ਹੈ ਉਹਦਾ ਨੈਗੇਟਿਵ ਅਸਰ ਕਿ ਨਹੀਂ ਹੋ ਸਕਦੀ, ਤੇਰੀ ਆਰਤੀ ਨਹੀਂ ਹੋ ਸਕਦੀ। ਤੋਂ ਇੱਥੋਂ ਆਰੰਭ ਕਰਕੇ ਅਸੀਂ ਗੱਲ ਨੂੰ ਅੱਗੇ ਤੋਰਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਮਾਜ ਦੀ ਹਾਲਤ ਬਹੁਤ ਤਰਸਯੋਗ ਸੀ। ਪੁਜਾਰੀ ਸ਼੍ਰੇਣੀ ਵੱਲੋਂ ਆਮ ਲੋਕਾਈ ਨੂੰ ਧਰਮ ਦੇ ਨਾਂ ਹੇਠਾਂ ਬੁਰੀ ਤਰ੍ਹਾਂ ਲੁੱਟਿਆ ਅਤੇ ਗੁੰਮਰਾਹ ਕੀਤਾ ਜਾ ਰਿਹਾ ਸੀ। ਧਰਮ ਦਾ ਮਤਲਬ ਸਿਰਫ ਅੰਧ ਵਿਸ਼ਵਾਸ ਅਤੇ ਕਰਮ ਕਾਂਡ ਮਾਤਰ ਹੀ ਰਹਿ ਗਿਆ ਸੀ। ਧਰਮ ਦੇ ਨਾਂ ਉੱਤੇ ਕੀਤਾ ਜਾ ਰਿਹਾ ਇਹ ਕਰਮ ਕਾਂਡ ਸੀ। ਮੂਰਤੀ ਪੂਜਾ ਸੀ ਅਸਲ ਵਿੱਚ। ਮੂਰਤੀ ਪੂਜਾ ਦਾ ਇੱਕ ਵਿਸ਼ੇਸ਼ ਅੰਗ ਸੀ ਆਰਤੀ। ਜਿੱਥੇ ਵੀ ਮੂਰਤੀ ਹੋਏਗੀ ਉੱਥੇ ਉਹਦੀ ਆਰਤੀ ਜ਼ਰੂਰ ਕੀਤੀ ਜਾਏਗੀ। तो इस विच एक मूर्ति नूं प्रभु दस के थाल विच दीवे बाल के ते थाल घुमा के संख आदि बजा के इस मूर्ति विच आरती उतारी जाती है ते प्रचार किया जाता सी कि रब की आरती की जा रही है। ऐसा कुछ ही गुरु नानक पातशाह जी ने जगन्नाथ मंदिर दे विच पुरी विच देखा ते उत्थे मूर्ति पूजा रूपी आरती लई जो वो जगह मशहूर है कि हुण भी दुनिया के अंदर जिहड़े भी सनातन धर्मी ने वो पुरी दे विच जो जगन्नाथ की आरती हुंदी है उस नूं बड़ी महत्ता देंदे। धन गुरु नानक पातशाह जी ने उस समय के समाजिक माहौल का बड़ी गंभीरता नाल अध्ययन किया। उन्हां लुकाई नूं इस अंध विश्वास लुट खसुट अते कर्मकांडी जीवन जाच विचों कढ के निरोल सच आधारित जीवन जाच दृढ़ कराने लई एक बहुत ही सुचज्जी जिहड़ी है वो योजना आप जी ने बनाई। इस वास्ते उन्होंने प्रचारक दौरे जिहड़े हन वो आरंभ किए। उन्होंने आम बंदे नूं ये समझाउण दा जिम्मेवारी चुकी कि असल में धर्म की है। इस वास्ते उन्होंने प्रचारक दौरे शुरू किए जिन्हों असीं गुरु नानक पातशाह दीआं उदासियां दे नाम नाल जाणदे हां। इन्हां दौरियां विच उदासियां दे दौरान गुरु साहब जी अनेकां धार्मिक मन्ने जाते स्थानां दा सफ़र किया और देश तो बाहर भी विदेशों विच भी मक्का मदीना नेपाल सिक्किम और इराक मुसलमान कंट्रीज़ ने उत्थे भी वो जिहड़े आप जी गए ते उत्थे जा करके भी उन्होंने अपना ये होका दिता जिहड़ा सच दा होका सी। तो उत्थे जा करके जिस वेले गुरु नानक पातशाह जी ने अपनी सच की गल की ते उहदे विच स्थानां ते जिहड़े पुजारी सन और यार जिहड़े मौलवी सन वो लोकां वालों धर्म के नाम उत्ते कर्म कांड या अंध विश्वासां दा जिहड़ा है उन्होंने जाल बुनिया सी ते धन गुरु नानक पातशाह जी ने उत्थे जाके उसका भरवां जिहड़ा खंडन किया ते उन्हां नूं सच दा राह दस्या कि असलीयत की है। यही गुरु नानक पातशाह जी ने इस जगन्नाथपुरी के मंदिर विच भी जाके किया।
ਤੋ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਇੱਥੇ ਪੁਰੀ ਦੇ ਵਿੱਚ ਆਰਤੀ ਦੀ ਗੱਲ ਕਰ ਰਹੇ ਹਾਂ, ਤੇ ਉੱਥੇ ਕੁਝ ਆਪ ਜੀ ਦੇ ਨਾਲ ਮੈਂ ਗੁਰਬਾਣੀ ਚੋਂ ਪ੍ਰਮਾਣ ਸਾਂਝੇ ਕੀਤੇ ਹਨ। ਤਾਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉੱਥੋਂ ਉਹਨਾਂ ਨੂੰ ਸਮਝਾਇਆ, ਤੇ ਉਹਦੇ ਚ ਕੁਝ ਕੁ ਪ੍ਰਮਾਣ ਮੈਂ ਆਪ ਜੀ ਦੇ ਨਾਲ ਵੀ ਸਾਂਝੇ ਕਰਦਾ ਹਾਂ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 11 ਸੇ 60 ਦੇ ਉੱਪਰ ਸੁਭਾਇਮਾਨ ਹਨ। ਜੋ ਪਾਤਰ को कहते देव ताकि बिरथा होवे सेव, जो पाथर की पाई पाए तिसकी काल अजाई जा। ਇਹ ਕਿਹਾ ਵੀ ਜਿਹੜੇ ਵੀ ਪੱਥਰ ਨੂੰ ਰੱਬ ਸਮਝ ਕੇ, ਹੁਣੇ ਪਿੱਛੇ ਜਿਹੇ ਵੀ ਆਪ ਜੀ ਨੇ ਦੇਖਿਆ ਕਿ ਅਯੋਧਿਆ ਦੇ ਅੰਦਰ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਈ, ਤੇ ਉਹ ਵੀ ਬੜੀ ਅਜੀਬੋ-ਗਰੀਬ ਗੱਲ ਹੈ ਕਿ ਇੱਕ ਜਿਹੜਾ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ, ਉਹ ਰੱਬ ਦੇ ਅੰਦਰ ਪ੍ਰਾਣ ਫੂਕ ਰਿਹਾ। ਆਪ ਜਿਹੜੀ ਮੂਰਤੀ ਸੀ ਉਹ ਨਿਰਜੀਵ ਸੀ, ਤੇ ਜਿਸ ਵੇਲੇ ਉਸ ਆਪਣੇ ਪ੍ਰਾਈਮ ਮਿਨਿਸਟਰ ਨੇ ਉੱਥੇ ਉਹ ਆਰਾਧਨਾ ਕੀਤੀ, ਕੁਛ ਕੀਤੀ, ਤੇ ਉਹ ਮੂਰਤੀ ਦੇ ਅੰਦਰ ਪ੍ਰਾਣ ਫੂਕਿਆ ਗਿਆ ਤੇ ਉਹ ਪੂਜਨਯੋਗ ਹੋ ਗਈ। ਜਦ ਕਿ ਪ੍ਰਮਾਤਮਾ ਨੇ ਸਾਰੇ ਜੀਵਾਂ ਦੀ ਸਾਜਨਾ ਕੀਤੀ ਹੈ, ਤੇ ਸਾਰੇ ਪ੍ਰਾਣੀਆਂ ਦੇ ਵਿੱਚ ਫੂਕ ਉਹਨੇ ਮਾਰੀ, ਆਪਣਾ ਪ੍ਰਾਣ ਫੂਕਿਆ ਹਨ। ਜਿਵੇਂ ਮਹਾਰਾਜ ਦੇ ਆਨੰਦ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ, ਕਿ ਇਸ ਸਰੀਰ ਰੂਪੀ ਗੁਫਾ ਦੇ ਅੰਦਰ ਪਰਮਾਤਮਾ ਨੇ ਆਪਣੀ ਹੋਂਦ ਰੱਖ ਕੇ, ਆਪਣੀ ਜੋਤ ਰੱਖ ਕੇ, ਤੇ ਜਿਹੜੇ ਪੌਣ ਚਲਾਈ, ਹਵਾ ਜਿਹੜੇ ਅੰਦਰ ਸਵਾਸ ਚਲਾਏ, ਤੇ ਇਸ ਤਰ੍ਹਾਂ ਇਸ ਸਰੀਰ ਦੀ ਸਾਜਨਾ ਕੀਤੀ। ਲੇਕਿਨ ਉਹ ਬੜੇ ਹਾਸੋਹਨ ਤਰੀਕੇ ਨਾਲ ਉਹਨਾਂ ਨੇ ਇੱਕ ਮੂਰਤੀ ਨੂੰ ਨਿਰਜੀਵ ਤੋਂ ਸਿਰਜੀਵ ਜਿਹੜਾ ਕਰਕੇ ਕਿਹਾ। ਤੇ ਗੁਰਬਾਣੀ 'ਚ ਵੀ ਇਹ ਸਾਨੂੰ ਕਿਹਾ ਹੈ ਕਿ ਨਿਰਜੀਵ ਸਰਜੀਓ ਕਾਟੇ ਨਿਰਜੀਵ ਪੂਜੇ, ਕਿ ਜਿਹੜੇ ਜਿੰਦਾ ਜਿਹੜੇ ਜਾਨਵਰ ਹਨ ਉਹਨਾਂ ਨੂੰ ਤੁਸੀਂ ਮਾਰ ਦਿਓ, ਤੇ ਜਿਹੜੀ ਨਿਰਜੀਵ ਹੈ ਉਸ ਨੂੰ ਤੁਸੀਂ ਜਿਹੜੀ ਹੈ ਉਹ ਪੂਜਾ ਕਰਦੇ ਹੋ, ਤੇ ਇਹ ਅੰਤ ਵੇਲੇ ਤੁਹਾਡੇ ਵਾਸਤੇ ਭਾਰੀ ਸਾਬਤ ਹੋਏਗੀ। ਇਹਦੇ ਨਾਲ ਤੁਹਾਨੂੰ ਕੋਈ ਪ੍ਰਾਪਤ ਨਹੀਂ ਹੋਣ ਵਾਲਾ। ਤੋ ਜੋ ਪਾਥਰ ਕੋ ਕਹਤੇ ਦੇਵ, ਵੀ ਜਿਹੜੇ ਪੱਥਰ ਨੂੰ ਰੱਬ ਸਮਝ ਕੇ ਉਸ ਦੀ ਸੇਵਾ ਕਰਦੇ ਹਨ, ਤਾਂ ਕਿ ਬਿਰਥਾ ਹੋਵੇ ਸੇਵ, ਉਹਨਾਂ ਦੀ ਸੇਵਾ ਜਿਹੜੀ ਹੈ ਉਹ ਵਿਅਰਥ ਜਾਏਗੀ। ਫਿਰ ਅਗਲੀ ਗੱਲ ਕਿ ਜੋ ਪਾਥਰ ਕੀ ਪਾਈ ਪਾਏ, ਕਿ ਜਿਹੜੇ ਉਸ ਪੱਥਰ ਦੀ ਮੂਰਤੀ ਦੇ ਪੈਰਾਂ ਵਿੱਚ ਮੱਥਾ ਟੇਕਣਗੇ, ਤਿਸ ਕੀ ਕਾਲ ਅਜਾਈ ਜਾਏ, ਕਿ ਜੋ ਉਹ ਐਫਰਟ ਕਰ ਰਹੇ ਨੇ, ਸੇਵਾ ਕਰ ਰਹੇ ਨੇ, ਉਹ ਕਾਲਨਾ ਜਿਹੜੀ ਹੈ ਬਿਲਕੁਲ ਅਜਾਈ ਜਾਏਗੀ। ਉਹਦਾ ਕੋਈ ਯੂਜ਼ ਨਹੀਂ ਉਹਨਾਂ ਨੂੰ ਮਿਲੇਗਾ, ਕੋਈ ਉਹਨੂੰ ਬੈਨੀਫਿਟ ਨਹੀਂ ਹੈ। ਇਹ ਤਾਂ ਸਿਰਫ ਇੱਕ ਕਰਮ ਕਾਂਡ ਹੈ ਜੋ ਪੱਥਰ ਦੀ ਮੂਰਤੀ ਦੀ ਗੱਲ ਕੀਤੀ ਗਈ ਹੈ। ਅਕਾਲ ਪੁਰਖ ਤਾਂ ਸਰਵ ਵਿਆਪਕ ਹੈ। ਦੂਜੀ ਗੱਲ ਇਹ, ਜੋ ਤੁਸੀਂ ਦੀਵੇ ਬਾਲ ਕੇ ਕਾਲ ਘੁਮਾ ਕੇ, ਇਹ ਵੀ ਇੱਕ ਜਿਹੜਾ ਹੈ ਕਰਮ ਕਾਂਡ ਹੈ, ਕਿ ਇੰਨੀ ਵਾਰੀ ਜਿਹੜੀ ਦੀਵੇ ਵਾਲਾ ਥਾਲ ਹੈ ਉਹ ਉਸ ਦੀ ਛਾਤੀ ਦੇ ਕੋਲ, ਫਿਰ ਪੇਟ ਦੇ ਕੋਲ, ਤੇ ਫਿਰ ਗਲੇ ਦੇ ਕੋਲ, ਉਹਦੇ ਫੇਸ ਦੇ ਉੱਪਰ ਉਹਨਾਂ ਘੁਮਾਉਣਾ ਹੈ। ਤੇ ਏਡੇ ਵੱਡੇ ਜਿਹੜੇ ਨੇ ਕਰਮ ਕਾਂਡ ਜਿਹੜੇ ਹਨ ਇਹ ਬ੍ਰਾਹਮਣ ਕਰਦੇ ਹਨ। ਤੇ ਇਹ ਦੂਜੀ, ਜੋ ਤੁਸੀਂ ਦੀਵੇ ਬਾਲ ਕੇ ਥਾਲ ਘੁਮਾ ਕੇ ਸਮਝ ਰਹੇ ਹੋ ਕਿ ਰੱਬ ਦੀ ਆਰਤੀ ਹੋ ਰਹੀ ਹੈ, ਇਹ ਸੋਚ ਨਿਰਮੂਲ ਹੋਈ ਗਲਤ ਹੈ। ਅਕਾਲ ਪੁਰਖ ਜੀ ਅਸੀਮ ਅਕਥ ਹਸਤੀ ਵਾਸਤੇ ਤੁਹਾਡੇ ਇਹ ਛੋਟੇ ਛੋਟੇ ਦੀਵੇ ਆਰਤੀ ਵਜੋਂ ਕੋਈ ਮਾਇਨੇ ਨਹੀਂ ਰੱਖਦੇ। ਅਸਲ ਵਿੱਚ ਰੱਬ ਮੂਰਤੀ ਆਰਤੀ ਪੂਜਾ ਆਦਿ ਕਰਮ ਕਾਂਡਾਂ ਆਦਿ ਉੱਪਰ ਨਹੀਂ ਰੀਝਦਾ। ਉਹ ਤਾਂ ਸੱਚ ਪ੍ਰਤੀ ਪਿਆਰ ਦਾ ਭੁੱਖਾ ਹੈ। ਜਿਹੜੀ ਆਪਾਂ ਗੱਲ ਕਹਿੰਦੇ ਆ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨੀ ਪ੍ਰਪਾਇਓ, ਗੋਬਿੰਦ ਭਾਉ ਭਗਤ ਕਾ ਭੁੱਖਾ। ਜੇ ਉਸ ਜਿਹੀ ਮਹਾਨ ਹਸਤੀ ਦੀ ਕੋਈ ਆਰਤੀ ਹੋ ਸਕਦੀ ਹੈ, ਤਾਂ ਉਹ ਕੁਦਰਤ ਵਿੱਚ ਆਪੇ ਹੀ ਨਿਰਵਿਘਨ ਹੋ ਰਹੀ ਹੈ। ਜਿਸ ਪ੍ਰਥਾਏ ਉਹਨਾਂ ਨੇ ਇਹ ਜੋ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਉਹ ਉਹਨਾਂ ਨੇ ਉੱਥੇ ਇਹਦਾ ਵਿਸਤਾਰ ਨਾਲ ਸਮਝਾਇਆ। ਇਸ ਸ਼ਬਦ ਵਿੱਚ ਅੱਗੇ ਵੀ ਦੱਸਿਆ ਗਿਆ ਹੈ ਕਿ ਅਸਲ ਵਿੱਚ ਉਹ ਆਰਤੀ ਕਿਹੜੀ ਹੈ ਜੋ ਰੱਬ ਨੂੰ ਪਾਉਂਦੀ ਹੈ। ਤੇ ਧਿਆਨ ਨਾਲ ਵਿਚਾਰੋ, ਅੱਗੇ ਲਿਖਿਆ ਹੈ, ਜੋ ਤਿਸ ਭਾਵੈ ਸੋ ਆਰਤੀ ਹੋਈ। ਭਾਵ ਉਸ ਰੱਬ ਦੀ ਰਜ਼ਾ ਵਿੱਚ ਚੱਲਣਾ, ਉਸ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੀ ਪਰਮਾਤਮਾ ਦੀ ਅਸਲ ਆਰਤੀ ਹੈ। ਤੇ ਪਰਮਾਤਮਾ ਇਸੇ ਗੱਲ ਤੋਂ ਖੁਸ਼ ਹੁੰਦਾ ਹੈ ਕਿ ਜਿਹੜਾ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ। ਗੁਣ ਕਹਿ ਗੁਣੀ ਸਮਾਉਣਿਆ, ਤੇ ਉਹ ਜਿਹੜੇ ਗੁਣ ਹਨ, ਸਤ ਸੰਤੋਖ ਦਇਆ ਧਰਮ ਧੀਰਜ, ਆਪਣੇ ਮਨ ਵਿੱਚ ਧਾਰਨ ਕਰ ਲੈਂਦਾ ਹੈ। ਸਮਝ ਲਓ ਉਸ ਦੀ ਆਰਤੀ ਪਰਮਾਤਮਾ ਦੀ ਕੀਰਤੀ ਹੋਈ। ਉਸਤਤੀ, ਆਰਤੀ ਦਾ ਮਤਲਬ ਉਸਤਤੀ ਹੈ, ਉਹ ਪ੍ਰਵਾਨ ਹੋ ਜਾਂਦੀ ਹੈ। ਇਹੀ ਨਾਮ ਸਿਮਰਨ ਹੈ, ਇਹੀ ਕੀਰਤਨ ਹੈ, ਤੇ ਇਹੀ ਪ੍ਰਭੂ
ਪਿਆਰ ਹੈ। ਮੈਂ ਰਿਪੀਟ ਕਰਦਾ ਹਾਂ ਕਿ ਇਹੀ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨਾ ਹੀ ਨਾਮ ਸਿਮਰਨ ਹੈ, ਇਹੀ ਕੀਰਤਨ ਹੈ ਤੇ ਇਹੀ ਪ੍ਰਭੂ ਪਿਆਰ ਹੈ। ਜਪ ਬਾਣੀ ਵਿੱਚ ਵੀ ਇਸ ਦੀ ਪ੍ਰੋੜਤਾ ਕੀਤੀ ਗਈ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਗਗਨ ਮੈਂ ਥਾਲ ਵਾਲੇ ਸ਼ਬਦ ਦੇ ਅਖੀਰ ਬਾਅਦ ਵਿੱਚ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਭੂ ਪਾਸੋਂ ਇਹੀ ਮੰਗ ਰੱਖੀ ਕਿ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰਾ ਨਾਮ ਵਾਸਾ। ਭਾਵ ਸਾਰੰਗ ਦਾ ਭਾਵ ਪਪੀਆ ਹੈ। ਸਾਰੰਗ ਦੇ ਵੈਸੇ ਬਹੁਤ ਸਾਰੇ ਅਰਥ ਹਨ। हे ਪ੍ਰਭੂ, ਮੈਨੂੰ ਪਪੀਏ ਨੂੰ ਉਹ ਵਿਵੇਕ ਬੁੱਧੀ ਰੂਪੀ ਜਲ ਬਖਸ਼ੋ ਜਿਸ ਨਾਲ ਮੈਂ ਤੇਰੇ ਬਣਾਏ ਨੇਮਾਂ ਨੂੰ, ਹੁਕਮ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਸਕਾਂ, ਉਹਨਾਂ ਅਨੁਸਾਰ ਆਪਣਾ ਜੀਵਨ ਬਣਾ ਸਕਾਂ। ਧੰਨ ਗੁਰੂ ਨਾਨਕ ਪਾਤਸ਼ਾਹ ਵਰਗੇ ਜੋ ਜਗਤ ਗੁਰੂ ਹਨ, ਸਾਡੇ ਜਿਹੜੇ ਪਹਿਲੇ ਗੁਰੂ ਹਨ, ਉਹ ਵੀ ਪਰਮਾਤਮਾ ਕੋਲੋਂ ਨਾਮ ਸਿਮਰਨ ਦੀ ਦਾਤ ਮੰਗ ਰਹੇ ਹਨ। ਤੋ ਕਿੰਨੀ ਉੱਤਮ ਔਰ ਮਹਾਨ ਹੈ ਜੋ ਪਰਮਾਤਮਾ ਦੇ ਨਾਮ ਸਿਮਰਨ ਦੀ ਦਾਤ ਹੈ। ਉਸ ਸਮੇਂ ਬ੍ਰਾਹਮਣੀ ਸਮਾਜ ਵਿੱਚ ਆਰਤੀ ਦੀ ਰਸਮ ਬਹੁਤ ਪ੍ਰਚਲਿਤ ਸੀ। ਜਿਵੇਂ ਮੈਂ ਉੱਪਰ ਵੀ ਬੇਨਤੀ ਕੀਤੀ ਹੈ, ਇਹ ਜ਼ਿਆਦਾਤਰ ਸ਼ਾਮ ਵੇਲੇ ਕੀਤੀ ਜਾਂਦੀ ਸੀ, ਜਦੋਂ ਗੁਰੂ ਘਰ ਦੇ ਜ਼ਿਆਦਾਤਰ ਸ਼ਰਧਾਲੂ ਇਸੇ ਸਮਾਜ ਵਿੱਚੋਂ ਆਏ ਸਨ। ਇਸ ਕਰਕੇ ਉਹਨਾਂ ਦੇ ਮਨਾਂ ਵਿੱਚ ਪ੍ਰਚਲਿਤ ਆਰਤੀ ਦਾ ਭਰਮ ਕੱਢਣ ਵਾਸਤੇ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਇਸ ਸ਼ਬਦ ਨੂੰ ਸ਼ਾਮ ਵੇਲੇ ਗਾਉਣ ਅਤੇ ਵਿਚਾਰਨ ਦੀ ਰੀਤ ਚਲਾ ਦਿੱਤੀ ਗਈ ਹੋਵੇਗੀ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ। 6ਵੀਂ ਵਾਰ ਤੇ ਪੌੜੀ ਤੀਸਰੀ ਵਿੱਚ ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪ੍ਰਸਾਦ ਵਡੰਦੇ, ਕਿ ਭਾਵ ਰਾਤ ਨੂੰ ਜਿਹੜਾ ਹੈ ਸੋਹਿਲਾ ਪੜ੍ਹਦੇ ਹਨ, ਕੀਰਤਨ ਕਰਦੇ ਹਨ ਤੇ ਆਰਤੀ ਉਸ ਪਰਮਾਤਮਾ ਦੀ ਉਸਤਤੀ ਕਰਦੇ ਹਨ ਇਸ ਤਰੀਕੇ ਨਾਲ ਕਿ ਪਰਮਾਤਮਾ ਦਾ ਕੀਰਤਨ ਕਰਕੇ ਔਰ ਬਾਣੀ ਪੜ੍ਹ ਕੇ ਉਹ ਜਿਹੜੀ ਹੈ ਪਰਮਾਤਮਾ ਦੀ ਉਸਤਤ ਕਰਦੇ ਹਨ ਤੇ ਫਿਰ ਬਾਅਦ ਵਿੱਚ ਉਹ ਪ੍ਰਸਾਦ ਜਿਹੜੇ ਹਨ ਉਹ ਵੰਡਦੇ ਹਨ। ਹੌਲੀ ਹੌਲੀ ਇਹ ਇੱਕ ਮਰਿਆਦਾ ਦਾ ਰੂਪ ਧਾਰਨ ਕਰ ਗਈ। ਸਮੇਂ ਨਾਲ ਸਿੱਖਾਂ ਵੱਲੋਂ ਜਾਣੇ ਅਣਜਾਣੇ ਵਿੱਚ ਇਸ ਗਗਨ ਮੈਥਾਲ ਵਾਲੇ ਸ਼ਬਦ ਨਾਲ ਗੁਰਬਾਣੀ ਦੇ ਹੋਰ ਸ਼ਬਦ ਵੀ ਜੋੜ ਕੇ ਪੜ੍ਹੇ ਜਾਣ ਲੱਗ ਪਏ। ਜ਼ਿਆਦਾਤਰ ਸ਼ਬਦ ਉਹ ਸਨ ਜਿਨ੍ਹਾਂ ਵਿੱਚ ਆਰਤੀ ਸ਼ਬਦ ਜਾਂ ਉਸ ਨਾਲ ਪ੍ਰਚਲਿਤ ਆਰਤੀ ਵਾਲੇ ਪਦਾਰਥਾਂ ਦਾ ਜ਼ਿਕਰ ਕਿਧਰੇ ਆ ਗਿਆ ਹੈ। ਹੋ ਸਕਦਾ ਹੈ ਪ੍ਰਚਲਿਤ ਆਰਤੀ ਦਾ ਖੰਡਨ ਕਰਦੇ ਕੁਝ ਸ਼ਬਦ ਗੁਰੂ ਸਾਹਿਬਾਨ ਦੇ ਵੇਲੇ ਹੀ ਨਾਲ ਜੋੜ ਕੇ ਪੜ੍ਹਨੇ ਸ਼ੁਰੂ ਕਰ ਦਿੱਤੇ ਗਏ ਹੋਣ, ਕਿਉਂਕਿ ਉਹਨਾਂ ਦੇ ਭਾਵ ਅਰਥ ਮਿਲਦੇ ਜੁਲਦੇ ਹੀ ਸਨ। ਐਸੇ ਜ਼ਿਆਦਾਤਰ ਸ਼ਬਦ ਤਨਾਸਰੀ ਰਾਗ ਵਿੱਚ ਹੀ ਮਿਲਦੇ ਹਨ, ਜਿਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਸ ਵਿਸ਼ੇ ਨਾਲ ਸੰਬੰਧਿਤ ਸ਼ਬਦ ਇੱਕ ਰਾਗ ਵਿੱਚ ਇਕੱਠੇ ਕਰ ਦਿੱਤੇ ਹੋਣਗੇ। ਇਹ ਸ਼ਬਦ ਇਸ ਪ੍ਰਕਾਰ ਹਨ, ਮੈਂ ਆਪ ਜੀ ਨਾਲ ਸਾਂਝੇ ਕਰਦਾ ਹਾਂ। ਸਭ ਤੋਂ ਪਹਿਲਾਂ ਭਗਤ ਰਵਿਦਾਸ ਜੀ ਦਾ ਧਨਾਸਰੀ ਰਾਗ ਵਿੱਚ ਸ਼ਬਦ ਹੈ 694 ਅੰਗ ਦੇ ਉੱਤੇ, ਨਾਮ ਤੇਰੋ ਆਰਤੀ ਮਜਨ ਮੁਰਾਰੇ। ਉਹ ਹੀ ਸਪਸ਼ਟ ਗੱਲ ਹੈ ਕਿ ਜਿਹੜੀ ਆਰਤੀ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨਾ, ਉਹੀ ਜਿਹੜਾ ਹੈ ਜੋ ਤਿਸ ਭਾਵੈ ਸੋ ਆਰਤੀ ਹੋਏ। ਤੋ ਇੱਥੇ ਵੀ ਇਹੀ ਗੱਲ ਹੈ ਕਿ ਨਾਮ ਤੇਰੋ ਆਰਤੀ, ਕਿ ਤੇਰਾ ਨਾਮ ਸਿਮਰਨ ਹੀ ਤੇਰੀ ਜਿਹੜੀ ਹੈ ਉਹ ਉਸਤਤੀ ਹੈ। ਮਜਨ ਮੁਰਾਰੇ, ਤੇ ਉਹੀ ਮੇਰੇ ਵਾਸਤੇ ਇਹ ਅਕਾਲ ਪੁਰਖ ਇਸ਼ਨਾਨ ਹੈ ਜਿਹਦੇ ਨਾਲ ਮੇਰਾ ਮਨ ਔਰ ਤਨ ਜਿਹੜਾ ਹੈ ਪਵਿੱਤਰ ਹੁੰਦਾ ਹੈ। ਭਗਤ ਸੈਨ ਜੀ ਦਾ ਵੀ ਤਨਾਸਰੀ ਰਾਗ ਵਿੱਚ ਸ਼ਬਦ ਹੈ ਧੂਪ ਦੀਪ ਕ੍ਰਿਤ ਸਾਜ ਆਰਤੀ, ਪੰਨਾ 695 ਦੇ ਉੱਪਰ, ਕਿ ਧੂਪ ਦੀਪ ਤੇ ਘਿਓ ਆਦਿ ਲੈ ਕਰਕੇ ਆਰਤੀ ਜਿਹੜੀ ਹੈ ਬਣਾਉਂਦੇ ਹਨ ਲੋਕੀ, ਉਸ ਦਾ ਜ਼ਿਕਰ ਹੈ। ਕਬੀਰ ਸਾਹਿਬ ਜੀ ਦਾ ਵੀ ਪ੍ਰਭਾਤੀ ਰਾਗ ਵਿੱਚ ਇੱਕ ਸ਼ਬਦ ਹੈ ਜੋ 1350 ਅੰਕ ਦੇ ਉੱਪਰ ਸੁਭਾਇਮਾਨ ਹੈ, ਸੁਣ ਸੰਧਿਆ ਤੇਰੀ ਆਰਤੀ, ਦੇਵ ਦੇਵਾਕਰ ਅਦਪਦ ਆਦ ਸਮਾਈ। ਤੋ ਇਹਨਾਂ ਤਿੰਨਾਂ ਸ਼ਬਦਾਂ ਦੇ ਭਾਵ ਅਰਥ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਗਗਨ ਮੈਥਾਲ ਨਾਲ ਮਿਲਦੇ ਹਨ। ਸਮਾਂ ਪਾ ਕੇ ਸ਼ਰਧਾਲੂ ਸਿੱਖਾਂ ਵੱਲੋਂ ਧਨਾਸਰੀ ਰਾਗ ਦਾ ਹੀ ਭਗਤ ਧੰਨਾ ਜੀ ਦਾ ਸ਼ਬਦ ਗੋਪਾਲ ਤੇਰਾ ਆਰਤਾ ਇਸ ਆਰਤੀ ਵਾਲੇ ਸ਼ਬਦ ਦੇ ਨਾਲ ਜੋੜ ਦਿੱਤਾ ਗਿਆ। ਇਹ ਸ਼ਾਇਦ ਉਹ ਸਮਾਂ ਸੀ ਜਦੋਂ ਆਮ ਸਿੱਖ ਸਮਾਜ ਗੁਰਬਾਣੀ ਵਿਚਾਰ ਤੋਂ ਟੁੱਟਣਾ ਸ਼ੁਰੂ ਹੋ ਗਏ ਸਨ। ਇੱਥੇ ਆਰਤਾ ਲਫ਼ਜ਼ ਆਉਣ ਕਰਕੇ ਹੀ ਇਸ ਨੂੰ ਆਰਤੀ ਨਾਲ ਜੋੜ ਦਿੱਤਾ ਗਿਆ ਹੈ। ਜਿੱਥੇ ਇਹ ਆਰਤਾ ਸ਼ਬਦ ਦੇ ਮਾਇਨੇ ਆਰਤੀ ਵਾਲੇ ਨਹੀਂ ਹਨ, ਨਾ ਹੀ ਬਾਕੀ ਸ਼ਬਦ ਵਿੱਚ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਕਿਸੇ ਦੀਵਾ ਥਾਲ ਆਦਿ ਦਾ ਬਿੰਬ ਵਰਤਿਆ ਗਿਆ ਹੈ। ਤੋ ਇੱਥੇ ਆਰਤਾ ਦਾ ਮਤਲਬ ਹੈ ਮੰਗਤਾ।
कि मैं तेरा मंगता हाँ। इस गल की गल जिहड़ी है गोपाल तेरा आरता विच कही गई है। तो ये भगत अन्ना जी का शब्द है। तो इस तरीके नाल जिवें पहला वाले बाकी शब्दों विच है, पर लगता है कि उस समय तक सिख समाज तोता रटनियां अते अन्नी शरधा वाले खारे ब्रह्मनी समुंदर दे राह पै गए सी। हो सकता है ਧਨਾਸੀ ਰਾਗ ਵਿੱਚ ਆਰਤੀ ਖੰਡਨ ਨਾਲ ਬਾਕੀ ਸ਼ਬਦਾਂ ਨਾਲ ਦਰਜ ਹੋਣ ਕਰਕੇ ਇਹ ਭੁਲੇਖਾ ਪੈ ਗਿਆ ਹੋਵੇ ਕਿ ਕੁਝ ਵੀ ਹੋਵੇ, ਇਹ ਇੱਕ ਵੱਡੀ ਸਿਧਾਂਤਕ ਅਣਗਹਿਲੀ ਵੱਲ ਇੱਕ ਕਦਮ ਸੀ, ਜਿਸ ਦਾ ਉਸੇ ਸਮੇਂ ਹੀ ਟੂ ਨਿਪ ਏਵਲ ਇਨ ਦਾ ਬਿਡ ਬਡ ਸੀਗਾ। ਲੇਕਿਨ ਉਸ ਤੇ ਅਣਗਹਿਲੀ ਕੀਤੀ ਗਈ ਤੇ ਉਹ ਸਾਡੇ 'ਚ ਵੀ ਜੋ ਸਨਾਤਨੀ ਮਤ ਹੈ ਆਰਤੀ ਵਾਲਾ, ਉਹ ਸਾਡੇ 'ਚ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇਸ ਆਰਤੀ ਨੂੰ ਕਰਨ ਲੱਗ ਪਏ। ਔਰ ਬੜੇ ਅਫਸੋਸ ਦੀ ਗੱਲ ਹੈ, ਜਿਵੇਂ ਸਾਡੇ ਵੀਰ ਜੀ ਨੇ ਵੀ ਦੱਸਿਆ ਸੀ ਕਿ ਪਟਨਾ ਸਾਹਿਬ ਜੋ ਗੁਰੂ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ, ਉੱਥੇ ਵੀ ਆਰਤੀ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਜਗਨਨਾਥਪੁਰੀ ਦੇ ਅੰਦਰ ਜਗਨਨਾਥ ਦੀ ਕੀਤੀ ਜਾਂਦੀ ਹੈ। ਔਰ ਇਸ ਤਰ੍ਹਾਂ ਦੀ ਆਰਤੀ ਹਜੂਰ ਸਾਹਿਬ ਵਿੱਚ ਵੀ ਕੀਤੀ ਜਾਂਦੀ ਹੈ। ਔਰ ਕਈ ਡੇਰਿਆਂ ਵਿੱਚ ਵੀ ਐਸੀ ਪ੍ਰਚਲਿਤ ਪ੍ਰਥਾ ਜਿਹੜੀ ਹੈ ਉਹ ਹੈ। ਉਹ ਬੜੀ ਸਾਡੇ ਵਾਸਤੇ ਇੱਕ ਬੜੀ ਚੇਤਾਵਨੀ ਵਾਲੀ ਗੱਲ ਹੈ ਤੇ ਅਸੀਂ ਉਸ ਨੂੰ ਰੋਕਣ ਵਾਸਤੇ ਸਾਨੂੰ ਸਾਰੇ ਉਦਮ ਉਪਰਾਲੇ ਕਰਨੇ ਚਾਹੀਦੇ ਹਨ। ਸਾਨੂੰ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਇਹ ਪ੍ਰਮਾਤਮਾ ਤੇਰੀ ਆਰਤੀ ਇਹਨਾਂ ਦੀਵਿਆਂ ਨਾਲ ਜਾਂ ਇਹਨਾਂ ਘੰਟੀਆਂ ਨਾਲ ਜਾਂ ਸ਼ੰਖਾਂ ਨਾਲ ਨਹੀਂ ਹੋ ਸਕਦੀ ਹੈ। ਤੇਰੀ ਆਰਤੀ ਕੇਵਲ ਔਰ ਕੇਵਲ ਨਾਮ ਸਿਮਰਨ ਨਾਲ, ਤੇਰੇ ਗੁਣ ਗਾਣ ਦੇ ਨਾਲ ਹੀ ਹੋ ਸਕਦੀ ਹੈ। ਅੱਗੇ ਵਧਣ ਤੋਂ ਪਹਿਲਾਂ ਉਸ ਸਮੇਂ ਵਿੱਚ ਆਰਤੀ ਹੇਠ ਪ੍ਰਚਲਿਤ ਹੋ ਚੁੱਕੇ ਕੁਝ ਸ਼ਬਦਾਂ ਦੇ ਸੰਖੇਪ ਭਾਵ ਅਰਥ ਵੀ ਵਿਚਾਰ ਲੈਂਦੇ ਹਾਂ। ਪਹਿਲਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਨਾਸੀ ਰਾਗ ਵਿੱਚ ਉਚਾਰਨ ਕੀਤਾ ਗਗਨ ਮੈਥਾਲ ਰਬ ਚੰਦ ਵਾਲਾ। ਇਸ ਦੇ ਸੰਖੇਪ ਵਿਚਾਰ ਆਪ ਜੀ ਨਾਲ ਪਹਿਲਾਂ ਮੈਂ ਸਾਂਝੇ ਕਰ ਹੀ ਗਿਆ ਹਾਂ। ਦੂਜਾ ਸ਼ਬਦ ਹੈ ਧਨਾਸੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ। ਇਸ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਕਿ ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਭਾਵ ਕਿ ਸੱਚ ਦੇ ਗਿਆਨ ਨਾਮ ਨਾਲ ਜੁੜਨਾ ਹੀ ਪ੍ਰਭੂ ਦੀ ਆਰਤੀ ਹੈ। ਸੱਚ ਦੇ ਗਿਆਨ ਨਾਲ ਜੁੜਨ ਤੋਂ ਸਿਵਾ ਧਰਮ ਦੇ ਨਾਂ ਉੱਤੇ ਕੀਤੇ ਜਾਂਦੇ ਹੋਰ ਸਾਰੇ ਕੰਮ ਕੱਚੇ ਝੂਠੇ ਹਨ। ਹਰ ਕੇ ਨਾਮ ਵੀ ਝੂਠੇ ਸਗਲ ਪਸਾਰੇ। ਬੜੇ ਸਖਤ ਲਫ਼ਜ਼ ਭਗਤ ਜੀ ਨੇ ਰਵਿਦਾਸ ਜੀ ਨੇ ਵਰਤੇ ਹਨ। ਉਸ ਤੋਂ ਬਾਅਦ ਪ੍ਰਚਲਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ ਕੇਸਰ, ਫੁੱਲਾਂ ਦੀ ਮਾਲਾ, ਜਲ, ਦੀਵਾ, ਬੱਤੀ ਆਦਿ ਦੇ ਜ਼ਿਕਰ ਨਾਲ ਦੱਸਿਆ ਹੈ ਕਿ ਸਹੀ ਧਰਮੀ ਬੰਦਿਆਂ ਵਾਸਤੇ ਸੱਚ ਦਾ ਗਿਆਨ ਹੀ ਇਹ ਸਾਰੇ ਪਦਾਰਥ ਹਨ ਜਿਨ੍ਹਾਂ ਨਾਲ ਪ੍ਰਭੂ ਦੀ ਆਰਤੀ ਹੋ ਸਕਦੀ ਹੈ। ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਸਾਧ ਸੰਤੋਖ ਦਇਆ ਧਰਮ ਧੀਰਜ, ਇਹ ਕੇਸਰ, ਫੁੱਲਾਂ ਦੀ ਮਾਲਾ, ਜਲ, ਦੀਵਾ ਆਦਿ ਦੀ ਰਿਪਲੇਸਮੈਂਟ ਹੈ। ਪ੍ਰਭੂ ਦੀ ਸਹੀ ਆਰਤੀ ਵਾਸਤੇ ਸੱਚ ਦੇ ਗਿਆਨ ਤੋਂ ਸਿਵਾ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਹੈ। ਭਗਤ ਜੀ ਸਮਝਾਉਂਦੇ ਹਨ ਕਿ ਉਸ ਗਿਆਨ ਅਨੁਸਾਰ ਆਪਣਾ ਜੀਵਨ ਬਣਾਉਣਾ ਹੀ ਮੇਰੇ ਵਾਸਤੇ ਆਰਤੀ ਹੈ ਅਤੇ ਉਸ ਪਰਮਾਤਮਾ ਨੂੰ ਜਿਹੜੀ ਹੈ ਕੁਝ ਆਪਣੇ ਵੱਲੋਂ ਅਰਪਣ ਕਰਨਾ ਹੈ। ਤੀਜਾ ਸ਼ਬਦ ਹੈ ਧਨਾਸਰੀ ਰਾਗ ਵਿੱਚ ਭਗਤ ਸੈਣ ਜੀ ਦਾ। ਇਸ ਦਾ ਰਹਾਉ ਵਾਲਾ ਬੰਦ ਹੈ ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ। ਭਾਵ ਜੋ ਪ੍ਰਭੂ ਨਾਲ ਜੁੜੇ ਹੁੰਦੇ ਹਨ ਉਹ ਆਨੰਦ ਦੀ ਖੇੜੇ ਦੀ ਸਹਿਜ ਦੀ ਅਵਸਥਾ ਵਿੱਚ ਰਹਿੰਦੇ ਹਨ। ਇਸ ਸ਼ਬਦ ਦੇ ਬਾਕੀ ਬੰਦਾਂ ਵਿੱਚ ਪ੍ਰਕਿਤ ਆਰਤੀ, ਪ੍ਰਚਲਿਤ ਆਰਤੀ ਨਾਲ ਸੰਬੰਧਿਤ ਪਦਾਰਥਾਂ ਦੇ ਜਿਹੜੇ ਹਨ ਉਹ ਬਿੰਬ ਵਰਤੇ ਹਨ। ਜਿਵੇਂ ਲਿਖਿਆ ਹੈ ਕਿ ਪ੍ਰਭੂ ਦੇ ਬਣਾਏ ਨਿਯਮਾਂ ਨੂੰ ਸਮਝ ਕੇ ਉਸ ਅਨੁਸਾਰ ਅਪਣਾਉਣਾ, ਪ੍ਰਭੂ ਤੋਂ ਵਾਰਨੇ ਜਾਣਾ ਹੀ ਮੇਰੇ ਵਾਸਤੇ ਘਿਓ, ਧੂਪ, ਦੀਪ ਆਦਿ ਵਾਲੀ ਆਰਤੀ ਹੈ। ਮਤਲਬ ਉਸ ਆਰਤੀ ਤੋਂ ਬਿਹਤਰ ਹੈ ਸੱਚ ਦੇ ਗਿਆਨ ਨਾਲ ਜੁੜ ਕੇ ਉੱਤਮ ਉੱਚੇ ਸੁੱਚੇ ਵਿਚਾਰ ਬਣਾਉਣਾ ਹੀ ਅਸਲੀ ਜਿਹੜਾ ਦੀਵਾ ਦਾ ਪ੍ਰਕਾਸ਼ ਹੈ ਅਤੇ ਉਹਨਾਂ ਵਿਚਾਰਾਂ ਸਦਕੇ ਨਿਰਮਲ ਕਰਮ ਕਰਨਾ ਹੀ ਉਸ ਦੀਵੇ ਦੀ ਫੱਟੀ ਹੈ ਜਿਸ ਦੇ ਵਿੱਚੋਂ ਰੋਸ਼ਨੀ ਨਿਕਲਦੀ ਹੈ ਤੇਲ ਨਾਲ ਭਿੱਜ ਕੇ। ਚੌਥਾ ਸ਼ਬਦ ਭਗਤ ਕਬੀਰ ਜੀ ਦਾ ਪ੍ਰਭਾਤੀ ਰਾਗ ਵਿੱਚ ਹੈ। ਇਸ ਦਾ ਰਹਾਉ ਵਾਲਾ ਬੰਦ ਵੀ ਇਹ ਹੈ ਲਿਓ ਆਰਤੀ ਹੋ ਪੁਰਖ ਨਿਰੰਜਨ, ਸਤਿਗੁਰ ਪੂਜੋ ਭਾਈ, ਠਾਡਾ ਬ੍ਰਹਮਾ ਨਿਗਮ ਵਿਚਾਰੈ, ਅਲਖ ਨਾ ਲਖਿਆ ਜਾਏ।
इसका भाव है कि सच के ज्ञान रूपी गुरु नाल जुड़ना, पूजा करना ही असली आरती है। ਤੇ परमात्मा ਨਾਲ जुड़ किवें सकते हैं? ਉਹਦੇ गुणां ਦਾ गायन करके। लोगो तुसी ये आरती करो। ਜਿਹੜੇ लोग वेदां आदि विचार अनुसार ब्रह्मा विष्णु महेश आदि तिकड़ी ਨੂੰ जगत चलाउण वाला ਮੰਨਦੇ ਹਨ, ਉਹ ਸੱਚ ਤੋਂ ਭਟਕੇ ਹੋਏ ਹਨ ਤੇ ਗੁੰਮਰਾਹ ਹਨ। ਉਹ ਇਹ ਨਹੀਂ ਸਮਝ ਰਹੇ ਕਿ ਅਸਲੀ ਪ੍ਰਭੂ ਤਾਂ ਇਹਨਾਂ ਪ੍ਰਚਲਿਤ ਦੇਵਤਿਆਂ, ਗੁਰਬਾਣੀ ਅਨੁਸਾਰ ਜਿਨ੍ਹਾਂ ਦੀ ਹੋਂਦ ਹੀ ਸ਼ੱਕੀ ਹੈ, ਉਹ ਬਹੁਤ ਵੱਡਾ ਹੈ। ਉਹ ਨਿਰਵਿਕਾਰ ਹੈ, ਜਦਕਿ ਇਹਨਾਂ ਪ੍ਰਚਲਿਤ ਦੇਵਤਿਆਂ ਵਿੱਚ ਆਪ ਹੀ ਬ੍ਰਾਹਮਣ ਨੇ ਆਪਣੇ ਧਰਮ ਗ੍ਰੰਥਾਂ ਵਿੱਚ ਅਨੇਕਾਂ ਕਮਜ਼ੋਰੀਆਂ ਅਵਗੁਣ ਵਿਖਾਏ ਹਨ। ਸ਼ਬਦ ਦੇ ਬਾਕੀ ਬੰਦਾਂ ਵਿੱਚ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਸੱਚ ਦੇ ਗਿਆਨ ਤਤ ਰੂਪੀ ਤੇਲ ਨਾਲ ਜਲ ਰਹੇ ਹਨ। ਪ੍ਰਕਾਸ਼ ਰੂਪੀ ਦੀਵੇ ਸੱਜੀ ਜੀਵਨ ਜਾਚ ਨਾਲ ਹੀ ਮੈਂ ਪ੍ਰਭੂ ਦੀ ਆਰਤੀ ਕਰਦਾ ਹਾਂ। ਇਸ ਨਾਲ ਹੀ ਮੇਰੇ ਜੀਵਨ ਵਿੱਚ ਆਨੰਦ ਖੇੜੇ ਤੇ ਅਣਗਿਣਤ ਨਿਰਵਿਘਨ ਵਾਜੇ ਜਿਹੜੇ ਹਨ ਉਹ ਖੁਸ਼ੀ ਦੇ ਆਨੰਦ ਦੇ ਵੱਜ ਰਹੇ ਹਨ। ਪ੍ਰਚਲਿਤ ਆਰਤੀ ਵਿੱਚ ਜਾਂ ਸਾਜ਼ਿਸ਼ ਅਧੀਨ ਜਿਹੜੇ ਹਨ ਜੁੜੇ ਪਏ ਹਾਂ। ਇਹ ਜੋ ਪੰਜਵਾਂ ਸ਼ਬਦ ਹੈ ਜੋ ਆਪ ਜੀ ਨਾਲ ਮੈਂ ਸਾਂਝਾ ਕਰ ਰਿਹਾ ਹਾਂ, ਸ਼ਬਦ ਤਨਾਸੀ ਰਾਗ ਵਿੱਚ ਭਗਤ ਧੰਨਾ ਜੀ ਦਾ ਹੈ। ਇਸ ਦੀ ਵਿਚਾਰ ਥੋੜੀ ਖੁੱਲ੍ਹ ਕੇ ਕਰਾਂਗੇ, ਕਿਉਂਕਿ ਹੁਣ ਤੱਕ ਦੇ ਵਿਆਖਿਆਕਾਰਾਂ ਵੱਲੋਂ ਕੀਤੇ ਅਰਥ ਕਈ ਸ਼ੰਕੇ ਪੈਦਾ ਕਰਦੇ ਹਨ। ਇਸ ਲਈ ਪਹਿਲਾ ਪੂਰਾ ਸ਼ਬਦ ਪੜ੍ਹਦੇ ਹਾਂ। ਸ਼ਬਦ ਹੈ ਧੰਨਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ तिनके काज सवारता रहाओ। दाल सीधा मांगो कियो, हमरा खुशी करे नित जियो। पनिया शादन निका, अनाज मांगो सत सीका। गऊ पैस मंगो लावेरी, एक ताजन तुरी चंगेरी। घर की गेहन चंगी, जन धन्ना लेवे मंगी। ये चार बंदा का शब्द है। ਹੁਣ तक ਦੇ ਜ਼ਿਆਦਾਤਰ ਵਿਆਖਿਆਕਾਰਾਂ ਵੱਲੋਂ ਇਸ ਦੀ ਵਿਆਖਿਆ ਵਿੱਚ ਦੱਸਿਆ ਜਾਂਦਾ ਰਿਹਾ ਹੈ ਕਿ ਜੋ ਲੋਕ ਪ੍ਰਭੂ ਦੀ ਭਗਤੀ, ਪ੍ਰਚਲਿਤ ਸਿਮਰਨ ਆਦਿ ਦੇ ਰੂਪ ਵਿੱਚ ਕਰਦੇ ਹਨ, ਪ੍ਰਭੂ ਉਹਨਾਂ ਦੇ ਕਾਰਜ ਸਵਾਰ ਦਿੰਦੇ ਹਨ। ਸ਼ਬਦ ਦੇ ਬਾਕੀ ਬੰਦਾਂ ਦੀ ਵਿਆਖਿਆ ਵਿੱਚ ਦੱਸਿਆ ਜਾਂਦਾ ਹੈ ਕਿ ਭਗਤ ਧੰਨਾ ਜੀ ਪ੍ਰਭੂ ਕੋਲੋਂ ਘਰੇਲੂ ਸਮਾਨ ਅਤੇ ਚੰਗੀ ਵਹੁਟੀ ਆਦਿ ਮੰਗ ਕਰਦੇ ਹਨ। ਇਹ ਵਿਆਖਿਆ ਇੱਕ ਜਾਗਰੂਕ ਸਿੱਖ ਦੇ ਮਨ ਵਿੱਚ ਕਈ ਸ਼ੰਕੇ ਪੈਦਾ ਕਰਦੀ ਹੈ ਤੇ ਕੁਝ ਸ਼ੰਕੇ ਮੈਂ ਆਪ ਜੀ ਨਾਲ ਸਾਂਝੇ ਕਰਦਾ। ਪਹਿਲਾ ਕਿ ਜੋ ਰੱਬ ਦੀ ਭਗਤੀ ਨਹੀਂ ਕਰਦੇ, ਪ੍ਰਭੂ ਉਹਨਾਂ ਦੇ ਕਾਰਜ ਨਹੀਂ ਸਵਾਰਦਾ, ਉਹਨਾਂ ਨੂੰ ਦਾਤਾਂ ਸ਼ਬਦ ਵਿੱਚ ਦਰਸਾਈਆਂ ਨਹੀਂ ਬਖਸ਼ਦਾ। ਦੂਸਰਾ ਕਿ ਪ੍ਰਭੂ ਉੱਪਰ ਦਸੀਆਂ ਤੇ ਹੋਰ ਦਾਤਾਂ ਬਿਨਾਂ ਮੰਗਿਆ ਨਹੀਂ ਦਿੰਦਾ, ਕਿ ਉਹਨਾਂ ਨੂੰ ਮੰਗਣ ਦੀ ਲੋੜ ਹੈ। ਤੀਸਰਾ, ਗੁਰਬਾਣੀ ਤਾਂ ਸਮਝਾਉਂਦੀ ਹੈ ਕਿ ਰੱਬ ਤੋਂ ਜੋ ਕੁਝ ਮੰਗਣਾ ਹੈ ਤਾਂ ਉਹ ਸਿਰਫ ਸੱਚ ਦਾ ਗਿਆਨ ਮੰਗਣਾ, ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ, ਹਰੀ ਜਸ ਉਸ ਨਾਲ ਪਿਆਰ, ਇਹ ਸਭ ਸਮਾਨ ਅਰਥੀ ਹਨ, ਅਲੱਗ-ਅਲੱਗ ਨਹੀਂ। ਇਹੀ ਸਮਝਾਉਂਦਾ ਹੈ ਇੱਕ ਗੁਰਵਾਕ ਮਾਰੂ ਮਹੱਲਾ ਪੰਜਵਾਂ ਪੰਨਾ 1018 ਤੇ 1019। ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗ, ਕਿ ਮੰਗਣ ਵਾਲੀ ਕੋਈ ਚੀਜ਼ ਹੈ ਤੇ ਉਹ ਪ੍ਰਭੂ ਤੋਂ ਜਿਹੜੀ ਹੈ ਇਹ ਮੰਗਣ ਵਾਲੀ ਗੱਲ ਹੈ, ਪ੍ਰਭੂ ਦਾ ਨਾਮ। ਕੀ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਗੁਰੂ ਗ੍ਰੰਥ ਸਾਹਿਬ ਰਾਗਮਾਲਾ ਤੋਂ ਜਿਹੜੀ ਗੱਲ ਹੈ ਉਹਦੀ ਗੱਲ ਨਹੀਂ ਹੈ, ਵਿੱਚ ਵਿਰੋਧਾਭਾਸ ਹੈ। ਪਰ ਐਸਾ ਮੰਨ ਲੈਣ ਵਾਲਾ ਸੱਚਾ ਸਿੱਖ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵਿਰੋਧਾਭਾਸ ਨਹੀਂ। ਹਾਂ, ਸਾਡੀ ਸਮਝਣ ਵਿੱਚ ਜਿਹੜੀ ਹੈ ਉਕਾਈ ਹੋ ਸਕਦੀ ਹੈ, ਨਾਸਮਝੀ ਹੋ ਸਕਦੀ ਹੈ, ਗਲਤੀ ਹੋ ਸਕਦੀ ਹੈ। ਉਪਰੋਕਤ ਕਈ ਸ਼ੰਕੇ ਖੜੇ ਕਰਕੇ ਕਈ ਸੰਸਥਾਵਾਂ ਅਤੇ ਵੀਰ ਭਗਤ ਬਾਣੀ ਨੂੰ ਵੀ ਪਿਛੇ ਸਮਿਆਂ ਦੇ ਅੰਦਰ ਉਹ ਰੱਦ ਕਰਦੇ ਰਹੇ ਹਨ। ਉਹਨਾਂ ਚੋਂ ਬਾਬੂ ਤੇਜਾ ਸਿੰਘ ਪਸੌੜ ਵਾਲੇ ਜਿਹੜੇ ਹਨ, ਉਹਨਾਂ ਦਾ ਨਾਂ ਮੁੱਖ ਰੂਪ ਵਿੱਚ ਲਿਆ ਜਾਂਦਾ ਹੈ। ਉਹ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਾਵਟ ਦੱਸਦੇ ਹਨ। ਬੇਸ਼ੱਕ ਉਹਨਾਂ ਦਾ ਇਹ ਨਿਰਣਾ ਗਲਤ ਸੀ, ਪਰ ਉਹਨਾਂ ਦਾ ਇਸ ਨਤੀਜੇ ਉੱਪਰ ਪਹੁੰਚਣ ਦਾ ਇੱਕ ਕਾਰਨ ਕਈ ਸ਼ਬਦਾਂ ਦੀ ਗਲਤ ਪ੍ਰਚਲਿਤ ਵਿਆਖਿਆ ਵੀ ਸੀ। ਅੱਗੇ ਆਪ ਜੀ ਅਨੁਸਾਰ ਗੁਰਮਤਿ ਦੀ ਗੱਲ ਕਰਦੇ ਹਾਂ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਇਸ ਸ਼ਬਦ ਦੇ ਭਾਵ ਅਰਥ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਆਸ ਹੈ ਕਿ ਆਪ ਬੜੇ ਪਿਆਰ ਨਾਲ ਇਸ ਨੂੰ ਗੌਰ ਨਾਲ ਸੁਣੋਗੇ। ਪਹਿਲੀ ਜ਼ਰੂਰੀ ਗੱਲ ਹੈ ਕਿ ਭਗਤੀ ਦੇ ਸਹੀ ਮਾਇਨੇ ਸਮਝਣ ਦੀ। ਸਾਡੀ ਉਲਝਣ ਇਹ ਹੈ
ਕਿ ਅਸੀਂ ਗੁਰਬਾਣੀ ਵਿਚਾਰਦੇ ਸਮੇਂ ਸ਼ਬਦਾਂ ਦੇ ਅਰਥ ਉਹੀ ਲੈਂਦੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਪ੍ਰਚਲਿਤ ਸਨ। ਆਪ ਜੋ ਸਨਾਤਨੀ, ਕਿਉਂਕਿ ਅਸੀਂ ਉਹਨਾਂ ਦੇ ਨੇੜੇ ਰਹਿੰਦੇ ਹਾਂ, ਸਾਡਾ ਉੱਠਣ ਬੈਠਣ ਕਈ ਸਾਂਝਾਂ ਉਹਨਾਂ ਨਾਲ ਹਨ, ਇਸ ਕਰਕੇ ਅਸੀਂ ਉਹੀ ਅਰਥ ਜਿਹੜੇ ਸੁਣਦੇ ਹਾਂ ਉਹਨਾਂ ਨੂੰ ਹੀ ਅਸੀਂ ਸਮਝਦੇ ਹਾਂ ਗੁਰਬਾਣੀ ਵਿੱਚ ਹੋਈ। ਲੇਕਿਨ ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਸਿੱਖ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪ੍ਰਚਲਿਤ ਨਾਂ ਸਨ ਉਹਨਾਂ ਨੂੰ ਬਦਲਿਆ ਨਹੀਂ ਹੈ, ਲੇਕਿਨ ਉਹਨੂੰ ਪਰਮਾਤਮਾ ਦੇ ਇੱਕ ਪਰਾਇਵਾਚੀ ਸ਼ਬਦ ਦੇ ਰੂਪ ਵਿੱਚ ਉਸ ਨੂੰ ਵਰਤਿਆ ਹੈ। ਤੋ ਇਹ ਭੁਲੇਖੇ ਇਸ ਕਰਕੇ ਪਏ ਹਨ ਕਿ ਜੋ ਉਹਨਾਂ ਤੋਂ ਪਹਿਲਾਂ ਦੇ ਸ਼ਬਦਾਂ ਦੇ ਅਰਥ ਸਨ ਉਹੀ ਅਸੀਂ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥਾਂ ਵਿੱਚ ਵਰਤੇ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਰੱਬ ਦਾ ਕੋਈ ਇੱਕ ਨਾਮ ਨਿਤ ਕੇ ਸਮਾਧੀਆਂ ਲਾ ਕੇ ਉਸ ਲਫ਼ਜ਼ ਦੇ ਰਟਨ ਨੂੰ ਹੀ ਭਗਤੀ ਸਮਝਿਆ ਤੇ ਪ੍ਰਚਾਰਿਆ ਜਾਂਦਾ ਸੀ। ਉਸੇ ਤਰ੍ਹਾਂ ਉੱਪਰ ਜ਼ਿਆਦਾਤਰ ਸਿੱਖ ਵਿਆਖਿਆਕਾਰਾਂ ਨੇ ਰੱਬ ਦਾ ਨਾਮ ਜਿਹੜਾ ਹੈ ਇੱਕ ਮਿਥ ਕੇ ਉਸ ਦੇ ਅਲੱਗ-ਅਲੱਗ ਤਰੀਕੇ ਰਟਨ ਨੂੰ ਸਿਮਰਨ ਦੱਸ ਕੇ ਭਗਤੀ ਦੇ ਨਾਂ ਹੇਠ ਪ੍ਰਚਾਰਿਆ। ਜੇ ਗੁਰਬਾਣੀ ਦੇ ਆਧਾਰ ਤੇ ਭਗਤੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਪ ਬਾਣੀ ਵਿੱਚ ਸਾਨੂੰ ਸਪਸ਼ਟ ਜਿਹੜਾ ਹੈ ਉਹ ਮਿਲਦਾ ਹੈ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ, ਕਿ ਭਗਤੀ ਜਿਹੜੀ ਹੈ ਤਤੇ ਨੂੰ ਸਿਆਰੀ ਹੈ। ਇਹਦਾ ਮਤਲਬ ਭਗਤੀ ਹੈ ਕਿ ਬਿਨਾਂ ਗੁਣਾਂ ਨੂੰ ਧਾਰਨ ਕੀਤਿਆਂ ਹੋਇਆ। ਗੁਰਬਾਣੀ ਕਹਿੰਦੀ ਹੈ ਨਾਨਕ ਤੇਰੇ ਨਾਲ ਅਸਲ ਕਰ ਜੇ ਬਿਨ ਗੁਣ ਗਰਭ ਕਰਨ, ਕਿ ਉਹ ਨਰ ਅਸਲੀ ਖੋਤੇ ਹਨ ਜਿਹੜੇ ਬਿਨਾਂ ਗੁਣਾਂ ਤੋਂ ਹੀ ਅਹੰਕਾਰ ਆਪਣੇ ਮਨ ਵਿੱਚ ਰੱਖਦੇ ਹਨ। ਤੋ ਇਹ ਜਪ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਜੇ ਪ੍ਰਭੂ ਦੀ ਭਗਤੀ ਕਰਨੀ ਹੈ ਤਾਂ ਗੁਣ ਧਾਰਨ ਕਰਨੇ ਪੈਣਗੇ। ਸਪਸ਼ਟ ਹੈ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ। ਚੰਗੇ ਗੁਣਾਂ ਨੂੰ ਧਾਰਨ ਕਰਨ ਤੋਂ ਸਿਵਾ ਭਗਤੀ ਦੇ ਨਾਂ ਹੇਠ ਕੀਤਾ ਜਾਂਦਾ ਸਭ ਕੁਝ ਧਰਮਕਾਂਡ ਹੈ, ਭੁਲੇਖਾ ਹੈ। ਹੁਣ ਇਹ ਵਿਚਾਰਨੇ ਆ ਕਿ ਚੰਗੇ ਗੁਣ ਧਾਰਨ ਕਿਵੇਂ ਹੋਣਗੇ। ਉਸ ਦੇ ਲਈ ਸੱਚ ਦੇ ਗਿਆਨ ਨਾਮ ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਆਪਣਾ ਜੀਵਨ ਬਣਾਉਣਾ ਪੈਣਾ ਹੈ। ਆਓ ਇਸ ਸ਼ਬਦ ਦੀ ਵਿਚਾਰ ਕਰੀਏ ਤਾਂ ਕਿ ਉੱਪਰ ਉੱਠੇ ਸਾਰੇ ਸ਼ੰਕਿਆਂ ਦੀ ਵੀ ਨਾਲ ਹੀ ਨਾਲ ਨਿਵਰਤੀ ਹੋ ਸਕੇ। ਰਹਾਉ ਵਾਲੀ ਤੁਕ ਵਿੱਚ ਭਗਤ ਧੰਨਾ ਜੀ ਦੱਸਦੇ ਹਨ, ਹੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ ਹਾਂ। ਮੈਂ ਬੇਨਤੀ ਕਰਾਂਗਾ ਵੀਰ MP ਸਿੰਘ ਜੀ ਨੂੰ ਅਗਰ ਇਹ ਸ਼ਬਦ ਡਿਸਪਲੇ ਕਰ ਦੇਣ ਤਾਂ ਇਹ ਅਰਥ ਕਰਦਿਆਂ ਨਾਲ ਜਿਹੜੀ ਆਸਾਨੀ ਨਾਲ ਸਮਝ ਆ ਜਾਏਗਾ। ਰਹਾਉ ਵਾਲੀ ਤੁਕ ਵੀ ਭਗਤ ਧੰਨਾ ਜੀ ਦੱਸਦੇ ਹਨ, ਇਹ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ ਹਾਂ, ਸੇਵਕ ਹਾਂ। ਆਰਤਾ ਦਾ ਇੱਥੇ ਮਤਲਬ ਹੈ ਸੇਵਕ, ਭਿਖਾਰੀ ਆਦਿ। ਜੋ ਮਨੁੱਖ ਸੱਚ ਦੇ ਗਿਆਨ ਨਾਮ ਹੁਕਮ ਆਦਿ ਨੂੰ ਸਮਝ ਕੇ ਉਸ ਅਨੁਸਾਰ ਆਪਣੀ ਜੀਵਨ ਜਾਚ ਬਣਾਉਂਦੇ ਹਨ, ਭਗਤੀ ਕਰਦੇ ਹਨ, ਉਹਨਾਂ ਦੇ ਸਾਰੇ ਕੰਮ ਵਾਹਿਗੁਰੂ ਪਰਮਾਤਮਾ ਆਪ ਸਵਾਰ ਦਿੰਦਾ ਹੈ ਔਰ ਉਹਨਾਂ ਦੇ ਕੰਮ ਆਪਣੇ ਆਪ ਹੀ ਜੋ ਹੈ ਸੰਵਰ ਜਾਂਦੇ ਹਨ। ਕਾਰਨ ਉਹਨਾਂ ਵਿੱਚੋਂ ਸਾਰੇ ਵਿਕਾਰ ਨਿਕਲ ਜਾਣੇ ਜਿਹੜੇ ਹਨ ਉਹ ਦੱਸੇ ਜਾਂਦੇ ਹਨ। ਤੋ ਮਨ ਵਿੱਚ ਸੰਤੋਖ ਆ ਜਾਂਦਾ ਹੈ। ਜਿਵੇਂ ਇਸ ਤੋਂ ਪਹਿਲੀ ਕਲਾਸ ਵਿੱਚ ਵੀ ਸੰਤੋਖ ਦੀ ਗੱਲ ਕੀਤੀ ਹੈ ਕਿ ਜਦੋਂ ਮਨ ਦੇ ਵਿੱਚੋਂ ਤ੍ਰਿਸ਼ਨਾ ਨਿਕਲ ਜਾਏ ਤਾਂ ਫਿਰ ਜਿਹੜੀ ਹੈ ਉਹ ਸਾਡੇ ਮਨ ਦੇ ਵਿੱਚ ਕਿਸੇ ਤਰੀਕੇ ਦਾ ਜਿਹੜਾ ਹੈ ਤੋਖਲਾ ਨਹੀਂ ਰਹਿੰਦਾ ਤੇ ਮਨ ਸੰਤੋਖ ਵਿੱਚ ਆ ਜਾਂਦਾ ਹੈ। ਉਹ ਹਮੇਸ਼ਾ ਸਹਿਜ ਅਵਸਥਾ ਵਿੱਚ ਹੀ ਰਹਿੰਦੇ ਹਨ। ਇੱਕ ਜ਼ਰੂਰੀ ਗੱਲ, ਅਜਿਹੀ ਅਵਸਥਾ ਵਾਲੇ ਮਨੁੱਖ ਨੂੰ ਗੁਰਬਾਣੀ ਵਿੱਚ ਜਨ ਦੀ ਪਦਵੀ ਦਿੱਤੀ ਗਈ ਹੈ। ਸ਼ਬਦਾਂ ਦੇ ਬਾਕੀ ਬੰਦਾਂ ਵਿੱਚ ਭਗਤ ਜੀ ਦੱਸਦੇ ਹਨ ਕਿ ਕੋਈ ਰੱਬ ਕੋਲੋਂ ਖਾਣ ਪੀਣ ਦਾ ਸਮਾਨ, ਆਟਾ ਦਾਲ ਘਿਓ ਆਦਿ ਮੰਗਦਾ ਹੈ। ਉਹਨਾਂ ਭਾਣੇ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਮਾਤਰ ਹੀ ਅਸਲੀ ਖੁਸ਼ੀ ਹੈ। ਕੁਝ ਲੋਕ ਰੱਬ ਕੋਲੋਂ ਚੰਗੇ ਪਹਿਰਾਵੇ, ਸੋਹਣੇ ਕੱਪੜੇ, ਚੰਗੀ ਜੁੱਤੀ ਆਦਿ ਦੀ ਮੰਗ ਕਰਦੇ ਹਨ। ਕੋਈ ਲੋਕ ਰੱਬ ਕੋਲੋਂ ਅਨਾਜ ਦੀ ਮੰਗ ਕਰਦੇ ਹਨ। ਕਈ ਲੋਕ ਚੰਗੀ ਗਾਂ, ਮੱਝ ਆਦਿ ਮੰਗਦੇ ਹਨ। ਕੋਈ ਚੰਗੀ ਸਵਾਰੀ ਜਿਵੇਂ ਘੋੜੀ ਆਦਿ, ਜਿਵੇਂ ਅੱਜ ਕੱਲ੍ਹ ਦੇ ਸਮੇਂ ਅੰਦਰ ਮੋਟਰਸਾਈਕਲ ਜਾਂ ਕਾਰ ਮੰਗਦੇ ਹਨ। ਕੋਈ ਆਪਣੇ ਵਾਸਤੇ ਚੰਗੀ ਪਤਨੀ ਜਾਂ ਚੰਗੇ ਪਤੀ ਦੀ ਮੰਗ ਕਰਦੇ ਹਨ। ਮਤਲਬ ਹੈ ਕਿ ਹਰ ਕੋਈ ਆਪਣੀ ਲੋੜ ਦੇ ਹਿਸਾਬ ਨਾਲ ਰੱਬ ਕੋਲੋਂ ਮੰਗਾਂ ਮੰਗਦੇ ਹਨ, ਪਰ ਉਹ ਸਭ ਭੁਲੇਖੇ ਵਿੱਚ ਹਨ। ਇਹ ਸਭ ਪਦਾਰਥ ਤਾਂ ਪ੍ਰਭੂ ਦੇ ਬਣਾਏ ਅਟਲ ਨਿਯਮ ਅਨੁਸਾਰ ਹਰ ਇੱਕ ਨੂੰ ਬਿਨਾਂ ਮੰਗੇ ਹੀ ਮਿਲ ਜਾਂਦੇ ਹਨ, ਆਪਣੇ ਆਪ ਮਿਲ ਰਹੇ ਹਨ। ਆਖਰੀ ਤੁਕ ਵਿੱਚ ਭਗਤ ਧੰਨਾ ਜੀ ਦੱਸਦੇ ਹਨ ਕਿ ਰੱਬ ਕੋਲੋਂ ਮੰਗਣ ਵਾਲੀ ਅਸਲ ਚੀਜ਼ ਕੀ ਹੈ। ਉਹ ਹੈ ਜਨ ਵਾਲੀ ਅਵਸਥਾ, ਸਹਿਜ ਵਾਲੀ ਅਵਸਥਾ, ਸੱਜੀ ਜੀਵਨ ਜਾਚ। ਧੰਨਾ ਜੀ ਕਹਿੰਦੇ ਹਨ ਕਿ ਅਸੀਂ ਪ੍ਰਭੂ ਕੋਲੋਂ
ਬਸ ਇਹੀ ਸੁਚੱਜੀ ਜੀਵਨ ਜਾਚ ਹੀ ਮੰਗਦੇ ਹਨ। ਤੋ ਆਓ ਵਾਪਸ ਪਰਤਦੇ ਹਾਂ ਪ੍ਰਚਲਿਤ ਜਿਹੜੀ ਗੱਲ ਹੈ ਆਰਤੀ ਵੱਲ। ਸਕਰੀਨ ਸ਼ੇਅਰਿੰਗ ਜੇ ਬੰਦ ਕਰ ਦਿਓ ਚੰਗਾ ਹੋਏਗਾ। ਇੱਥੋਂ ਤੱਕ ਦੀ ਆਰਤੀ ਉਸ ਸਮੇਂ ਤੱਕ ਦੀ ਪ੍ਰਚਲਿਤ ਸਿੱਖ ਆਰਤੀ ਹੋਵੇਗੀ ਜਦੋਂ ਤੱਕ ਗੁਰਦੁਆਰਿਆਂ ਉੱਪਰ ਹਮਦਰਦ ਬਣ ਕੇ ਬ੍ਰਾਹਮਣਵਾਦੀ ਸੋਚ ਵਾਲੀ ਪੁਜਾਰੀ ਅਨੇਕ ਨਾਵਾਂ ਹੇਠ ਸ਼੍ਰੇਣੀ ਕਾਬਜ ਹੋਣਾ ਸ਼ੁਰੂ ਹੋ ਗਈ ਸੀ। ਆਮ ਸਿੱਖ ਤਾਂ ਉਸ ਸਮੇਂ ਸਮਕਾਲੀ ਸਰਕਾਰਾਂ ਦੇ ਜ਼ਾਲਮ ਰਵੱਈਏ ਕਾਰਨ ਘਰ ਬਾਹਰ ਛੱਡ ਕੇ ਜੰਗਲਾਂ ਬੀਆਬਾਨਾਂ ਪਹਾੜਾਂ ਆਦਿ ਵਿੱਚ ਰੂਪੋਸ ਜ਼ਿੰਦਗੀ ਜਿਉਣ ਲਈ ਮਜਬੂਰ ਸੀ। ਇਸ ਮਜਬੂਰੀ ਦਾ ਪੂਰਾ ਫਾਇਦਾ ਉਠਾ ਕੇ ਇਸ ਬ੍ਰਾਹਮਣਵਾਦੀ ਪੁਜਾਰੀ ਸ਼੍ਰੇਣੀ ਨੇ ਔਰ ਨਿਰਮਲਿਆਂ ਔਰ ਉਦਾਸੀਆਂ ਦੇ ਰੂਪ ਵਿੱਚ ਸਾਡੇ ਗੁਰੂ ਧਾਮਾਂ ਦੇ ਉੱਪਰ ਕਬਜ਼ਾ ਕਰ ਲਿਆ। ਇੱਥੋਂ ਤੱਕ ਕਿ ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਨਨਕਾਣਾ ਸਾਹਿਬ, ਇਹ ਹੋਰ ਜਿਹੜੇ ਵੱਡੇ ਪੰਜਾ ਸਾਹਿਬ, ਏਡੇ ਵੱਡੇ ਜਿਹੜੇ ਸਾਡੇ ਧਾਰਮਿਕ ਸਥਾਨ ਸਨ, ਉੱਥੇ ਵੀ ਇਹ ਬ੍ਰਾਹਮਣ ਦੇ ਦੂਜੇ ਅਵਤਾਰ ਜਿਹੜੇ ਹਨ ਉਦਾਸੀ ਔਰ ਨਿਰਮਲੇ ਉੱਥੇ ਜਿਹੜੇ ਕਾਬਜ ਹੋ ਗਏ। ਔਰ ਇਸੇ ਦੌਰਾਨ ਹੀ ਇਸ ਮਜਬੂਰੀ ਦਾ ਫਾਇਦਾ ਉਠਾ ਕੇ ਇਹਨਾਂ ਨੇ ਸਿੱਖ ਸਮਾਜ ਨੂੰ ਤੋਤਾ ਰਟਨੀਆਂ ਅਤੇ ਅੰਨੀ ਸ਼ਰਧਾ ਵੱਲ ਰੁਚੀ ਵਧਾਈ ਉਹਨਾਂ ਦੀ। ਇਸੇ ਦੌਰਾਨ ਬ੍ਰਾਹਮਣਵਾਦੀ ਨਾਨਕਵਾਦੀ ਦੁਸ਼ਮਣ ਸ਼ਕਤੀਆਂ ਵੱਲੋਂ ਸਿੱਖ ਸਮਾਜ ਦੇ ਵਿਹੜੇ ਵਿੱਚ ਖੰਡ ਵਿੱਚ ਲਪੇਟੇ ਜ਼ਹਿਰ ਵਾਂਗੂ ਬ੍ਰਾਹਮਣਵਾਦੀ ਲਿਖਤਾਂ ਸੁੱਟੀਆਂ ਗਈਆਂ। ਜਿਵੇਂ ਫਰੀਦ ਸਾਹਿਬ ਨੇ ਲਿਖਿਆ ਹੈ ਕਿ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਵਿਲਾੜ, ਇਹ ਖੰਡ ਨਾਲ ਲਵੇਟ ਕੇ ਇਹ ਜਿਹੜੀਆਂ ਜ਼ਹਿਰ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਸਾਹਮਣੇ ਪਰੋਸੀਆਂ ਗਈਆਂ। ਇਹੋ ਜਿਹੀ ਇੱਕ ਲਿਖਤ ਸ੍ਰੀ ਬਚਿੱਤਰ ਨਾਟਕ ਜਿਸ ਨੇ ਸਿੱਖ ਸਮਾਜ ਦੇ ਜੀਵਨ ਜਾਚ ਨੂੰ ਗੁਰਮਤ ਨਾਲੋਂ ਤੋੜਨ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਇਸ ਨੂੰ 10ਵੇਂ ਨਾਨਕ ਜੀ ਦੀ ਰਚਨਾ ਕਹਿ ਕੇ ਪ੍ਰਚਾਰਿਆ ਗਿਆ। ਵਿਸ਼ਵਾਸ ਦਿਲਾਉਣ ਲਈ ਉਹ ਝੂਠਾ ਪ੍ਰੋਪੇਗੈਂਡਾ ਕੀਤਾ ਗਿਆ ਕਿ ਇਸ ਗ੍ਰੰਥ ਦਾ ਸੰਕਲਨ ਭਾਈ ਮਣੀ ਸਿੰਘ ਜੀ ਨੇ ਕੀਤਾ ਹੈ। ਨਾਲ ਹੀ ਅੰਨੀ ਸ਼ਰਧਾ ਦਾ ਫਾਇਦਾ ਉਠਾਉਣ ਖਾਤਰ ਵੀ ਇਸ ਦਾ ਨਾਮ ਬਦਲ ਕੇ ਦਸਮ ਗ੍ਰੰਥ ਰੱਖ ਦਿੱਤਾ, ਤੇ ਕਿਤੇ ਦਸਮ ਗੁਰੂ ਕਾ ਗ੍ਰੰਥ ਤੇ ਕਿਤੇ ਦਸਮ ਗ੍ਰੰਥ ਕਰਕੇ ਵੀ ਇਸ ਨੂੰ ਜਿਹੜਾ ਹੈ ਉਹ ਕੀਤਾ ਗਿਆ। ਗੱਲ ਚੱਲ ਰਹੀ ਸੀ ਕਿ ਪ੍ਰਚਲਿਤ ਆਰਤੀ ਦੀ। ਇਸ ਸਮੇਂ ਗੁਰਦੁਆਰਿਆਂ ਉੱਪਰ ਬ੍ਰਾਹਮਣਵਾਦੀ ਤਾਕਤਾਂ ਦੇ ਏਜੰਟ ਪੁਜਾਰੀ ਪੂਰੀ ਤਰ੍ਹਾਂ ਕਾਬਜ ਹੋ ਗਏ। ਇਹਨਾਂ ਆਰਤੀ ਵਿਚਲੇ ਸ਼ਬਦਾਂ ਨਾਲ ਦਸਮ ਗ੍ਰੰਥ ਦੀਆਂ ਕੁਝ ਕੱਚੀਆਂ ਰਚਨਾਵਾਂ ਵੀ ਸ਼ਾਮਲ ਕਰ ਦਿੱਤੀਆਂ। ਇਹ ਰਚਨਾਵਾਂ ਹਨ ਚੰਡੀ ਚਰਿਤਰ ਵਿੱਚੋਂ 2 ਸਵਈਏ, ਕ੍ਰਿਸ਼ਨਾ ਅਵਤਾਰ ਦਾ ਇੱਕ ਬੰਦ, ਰਾਮਾ ਅਵਤਾਰ ਦਾ ਇੱਕ ਬੰਦ, ਪ੍ਰਚਲਿਤ ਨਿਤਨੇਮ ਵਿੱਚ ਬੇਨਤੀ ਚੌਪਈ ਤੋਂ ਬਾਅਦ ਪੜ੍ਹਿਆ ਜਾਂਦਾ ਇੱਕ ਦੋਹਰਾ, ਦਸਮ ਗ੍ਰੰਥ ਵਿੱਚੋਂ ਹੀ ਇੱਕ ਹੋਰ ਦੋਹਰਾ ਅਤੇ ਪ੍ਰਚਲਿਤ ਨਿਤਨੇਮ ਦੀ ਰਚਨਾ ਜਾਪ ਦਾ ਆਖਰੀ ਬੰਦ, ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰਭਵ ਸੁਭੰਗ ਸਰਦਾ ਸਰਬਜੁਗਤੇ, ਉਹ ਵੀ ਐਡ ਕਰ ਦਿੱਤਾ ਗਿਆ। ਜ਼ਰੂਰੀ ਨਹੀਂ ਕਿ ਦਸਮ ਗ੍ਰੰਥ ਦੀਆਂ ਇਹ ਸਮੇਂ ਹੀ ਪ੍ਰਚਲਿਤ ਆਰਤੀ ਨਾਲ ਜੋੜੀਆਂ ਗਈਆਂ, ਇੱਕੋ ਸਮੇਂ ਨਾਲ ਨਹੀਂ ਜੁੜੀਆਂ ਹੈ। ਹੋ ਸਕਦਾ ਹੈ ਕਿ ਇਹ ਰਚਨਾਵਾਂ ਸਮੇਂ ਅਨੁਸਾਰ ਹੌਲੀ ਹੌਲੀ ਨਾਲ ਜੁੜੀਆਂ ਹੋਣ। ਜੋ ਵੀ ਹੈ ਇਤਨਾ ਤਾਂ ਸਪਸ਼ਟ ਹੈ ਕਿ ਇਹ ਰਚਨਾਵਾਂ ਗੁਰਮਤ ਦੀ ਖੰਡਨ ਕਰਨ ਵਾਲੀਆਂ ਹਨ। ਇਹਨਾਂ ਦੀ ਵਾਰੋ-ਵਾਰੀ ਸੰਖੇਪ ਵਿਚਾਰ ਕਰ ਲੈਣੀ ਗੈਰ ਵਾਜਬ ਨਹੀਂ ਹੋਏਗੀ। ਪਹਿਲੇ ਦੇ ਸਵਈਏ ਵੀ 2 ਸਵਈਏ ਚੰਡੀ ਚਰਿਤਰ ਨਾਮਕ ਰਚਨਾ ਵਿੱਚੋਂ ਹਨ। ਇਹ ਹਨ ਜਾਤੇ ਪ੍ਰਸੰਨ ਭਏ ਹੈ ਮਹਮ, ਦੇਵਨ ਕੇ ਤਪ ਮੈਂ ਸੁਖ ਪਾਵੈ, ਯੱਗ ਕਰੇ ਇੱਕ ਬੇਦ ਪ੍ਰਰੈ, ਪਾਵਤਾਪ ਹਰੇ ਮੇਰੇ ਧਿਆਨ ਲਗਾਵੈ, ਝਾਲਰ ਤਾਲ ਮ੍ਰਿਦੰਗ ਉਪੰਗ, ਪ੍ਰਭਾਵ ਲਿਏ ਸੁਰਸਾਜ ਮਿਲਾਵੈ, ਕਿਨਰ ਗੰਧਰਵ ਗਾਨ ਕਰੇ ਗਨ ਜਚ ਅਪਛਰ ਨਿਰਤ ਦਿਖਾਵੈ, ਸੰਖਣ ਕੀ ਧੁਨ ਕੰਟਨ ਕੀ ਕਰ ਫੂਲਣ ਕੀ ਬਰਖਾ ਬਰਖਾਵੈ, ਆਰਤੀ ਕੋਟ ਕਰੇ ਸੁਰ ਸੁੰਦਰ, ਦੇਖ ਪੁਰੰਦਰ ਕੇ ਬਲ ਜਾਵੈ, ਦਾਨ ਦਛਨ ਦੇ ਕੈ ਪ੍ਰਦਰਸ਼ਨ, ਭਾਲ ਮੈਂ ਕੁੰਕਮ ਅਛਤ ਲਾਵੈ, ਓਤ ਕੋਲਾਹੁਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੈ। ਤੋ ਇਹ ਆਰਤੀ ਦੇ ਸ਼ਬਦ ਆਪ ਸਾਰਿਆਂ ਨੇ ਸੁਣੇ ਹੋਣਗੇ, ਭਾਵੇਂ ਨਹੀਂ ਵੀ ਤੁਹਾਡਾ ਮਨ ਕਰਦਾ ਹੋਣਾ, ਲੇਕਿਨ ਕਿਉਂਕਿ ਆਰਤੀ ਸ਼ੁਰੂ ਹੋ ਗਈ ਹੈ, ਆਰਤੀ ਦੀ ਬੜੀ ਮਹੱਤਤਾ ਮੰਨੀ ਜਾਂਦੀ ਹੈ। ਅਖੰਡ ਪਾਠ ਸਾਹਿਬ ਤੋਂ ਬਾਅਦ ਜ਼ਰੂਰ ਆਰਤੀ ਸੁਣਦੇ ਹਨ ਲੋਕੀ। ਰਾਸ ਸਾਹਿਬ ਤੋਂ ਬਾਅਦ ਤੇ ਹੁੰਦੇ ਹੀ ਹੈ ਜਿਹੜੇ ਸ਼ਬਦ ਪੜ੍ਹੇ ਜਾਂਦੇ ਹਨ। ਤੋ ਚੰਡੀ ਚਰਿਤਰ ਵਿੱਚ ਮਿਥਿਹਾਸਕ ਦੇਵੀ ਦੁਰਗਾ ਦੇ ਦੈਂਤਾਂ ਨਾਲ ਯੁੱਧ ਦਾ ਵਰਣਨ ਹੈ। ਇਹ ਰਚਨਾ ਪੂਰੀ ਤਰ੍ਹਾਂ ਗੁਰਮਤ ਵਿਰੋਧੀ ਹੈ। ਵਿਚਾਰ ਅਧੀਨ ਸਵਈਏ
ਇਸ ਮਿਥਿਹਾਸਕ ਕਥਾ ਅਨੁਸਾਰ ਉਸ ਸਮੇਂ ਦਾ ਵਰਣਨ ਕਰਦੇ ਹਨ ਜਦੋਂ ਦੁਰਗਾ ਨੇ ਮੈਖਾਸੁਰ ਦੈਂਤ ਨੂੰ ਮਾਰ ਕੇ ਇੰਦਰ ਨੂੰ ਦੁਬਾਰਾ ਰਾਜਗੱਦੀ ਦਾ ਤਿਲਕ ਲਗਾਇਆ। ਉਸ ਵੇਲੇ ਦੇਵਤਿਆਂ ਵੱਲੋਂ ਖੁਸ਼ੀਆਂ ਮਨਾਈਆਂ ਗਈਆਂ, ਨ੍ਰਿਤ ਕੀਤੇ ਗਏ, ਨਾਲ ਹੀ ਇਹ ਦੇਵਤਿਆਂ ਵੱਲੋਂ ਦੁਰਗਾ ਦੇਵੀ ਦੀ ਆਰਤੀ ਉਤਾਰੀ ਗਈ। ਇਸ ਦੋਵੇਂ ਸਵਈਏ ਦੇਵੀ ਪੂਜਾ ਨਾਲ ਸੰਬੰਧਿਤ ਹਨ, ਜਿਸ ਦਾ ਗੁਰਮਤ ਨਾਲ ਕੋਈ ਦੂਰ ਦਾ ਵੀ ਲੈਣਾ ਦੇਣਾ ਨਹੀਂ ਹੈ। ਗੁਰਮਤ ਦੀ ਕਸਵੱਟੀ ਤੇ ਪਰਖਿਆ ਦੋਨੋਂ ਸਵਈਏ ਗੁਰਮਤ ਦੇ ਉਲਟ ਸਾਬਤ ਹੁੰਦੇ ਹਨ। ਵੈਸੇ ਤਾਂ ਪੂਰਾ ਚੰਡੀ ਚਰਿੱਤਰ ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਵਾਂਗੂ ਹੀ ਗੁਰਮਤ ਦੇ ਉਲਟ ਹੈ। ਗੁਰਬਾਣੀ ਐਸੀ ਦੇਵੀ ਦੇਵਤਿਆਂ ਬਾਰੇ ਸਮਝਾਉਂਦੀ ਹਨ। देवी देवा मूल है माया, देवी देवा पूजिए भाई, क्या मांगू क्या दे, पाहन नीर पखाली है, जल में डूबे बूढ़े ते। ਭਾਵ ਇਹਨਾਂ ਦੇਵੀ ਦੇਵਤਿਆਂ ਦੀ ਕਾਲਪਨਿਕ ਉਤਪਤੀ ਮਨੁੱਖ ਦੇ ਲਾਲਚ, ਡਰ ਆਦਿ ਮਾਇਆ ਕਾਰਨ ਹੋਈ ਹੈ ਅਤੇ ਇਹਨਾਂ ਦੀ ਪੂਜਾ ਪਾਣੀ ਉੱਤੇ ਪੱਥਰ ਤਰਾਉਣ ਦੀ ਕੋਸ਼ਿਸ਼ ਵਰਗਾ ਵਿਅਰਥ ਕੰਮ ਹੈ। ਉਸ ਤੋਂ ਬਾਅਦ ਦਸਮ ਗ੍ਰੰਥ ਦੀ ਇੱਕ ਰਚਨਾ 24 ਅਵਤਾਰ ਦੇ ਭਾਗ ਕ੍ਰਿਸ਼ਨ ਅਵਤਾਰ ਵਿੱਚੋਂ ਲਿਆ ਇੱਕ ਬੰਦ ਹੈ। ਉਹ ਹੈ हे रब हे सस हे करुणानिध, मेरी अवै बिनती सुन लीजिए, और न मांगत हूं तुम ते कछ, चाहत हूं चित में सोई कीजै, शस्त्रन सो अत रन भीतर, जूझ मरो तो साज भतीजै, संत सहाय सदा जग माए, कृपा कर श्याम यह बार दीजै। इस कवि श्याम की रचना है। कृष्ण अवतार कवि श्याम की रचना है, जिस विच अश्लीलता ते ब्राह्मणवादी अंश बहुत भारू हैं। कवि श्याम चंडी ਅਤੇ महाकाल का पुजारी साकत मत का कवि सी। इस विच भी चंडी ਨੂੰ जगत माता दस के उस तो वर मंग रहा है, जो गुरमुख सिद्धांतां की शरेआम विरोधता है। सिर्फ युद्ध विच जूझण वाली गल पढ़ के कुछ भुल्लड़ा ने नासमझ वीर इस दे अनुसार गुरमत अनुसारी होने का भुलेखा जड़े हैं खा गए हैं। उस तो अगला सवैया 24 अवतार की एक भाग राम अवतार विचों लिया गया है। यह भी कवि श्याम की रचना है। ये सवैये पंथ की नासमझी, अनगहली या मजबूरी कारण सिख रहत मर्यादा बनाने वाले नितनेम का हिस्सा रहन दिता गया। उपरी नज़र नाल वेख्या इसके अर्थ गुरमत अनुसारी नहीं लगते, पर जे पूरी रचना जिस विचों ये लिया गया है विचारीए तो यह गुरमत के उल्ट ही साबित होंदे हैं। ये सोइया है, पाए गहे जापते तुमरे, तब ते को आंख तेरे नहीं आन्यो, राम रहीम पुराण कुरान, अनेक कहे मत एक न मान्यो, सिमरत शास्त्र वेद सब है, वो भेद कहे हम एक न जान्यो, श्री अस्पान कृपा तुमरी कर, मैं ना कहो सब तो बखाने। सो असल गल है कि ब्राह्मणी मत विच बहुत विरोधाभास है। उन्होंने फिरके भी अनेका हैं। एक फिरके का मुख इष्ट भी अलग अलग हैं। ਜਦੋਂ ਕੋਈ ਫਿਰਕੇ ਨਾਲ ਸੰਬੰਧਿਤ ਕਵੀ ਲਿਖਦਾ ਹੈ ਤਾਂ ਉਹ ਆਪਣੇ ਇਸ਼ਟ ਨੂੰ ਸਰਵਸ਼ਕਤੀਮਾਨ ਦੱਸਦਾ ਹੈ ਅਤੇ ਬਾਕੀ ਮਿਥਿਹਾਸਕ ਦੇਵੀ ਦੇਵਤਿਆਂ ਅਵਤਾਰਾਂ ਨੂੰ ਨਖਿੱਧ ਜਾਂ ਤੁੱਛ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸ਼ਾਮ ਕਵੀ ਮਹਾਕਾਲ ਦਾ ਉਪਾਸ਼ਕ ਹੈ, ਤਾਂ ਹੀ ਇਸ ਸਵਈਏ ਵਿੱਚ ਉਸਨੇ ਮਹਾਕਾਲ ਦੇ ਖੜਗਧਾਰੀ ਸਰੂਪ ਨੂੰ ਬਾਕੀ ਦੇਵਤਿਆਂ ਅਵਤਾਰਾਂ ਤੋਂ ਸ਼੍ਰੋਮਣੀ ਦੱਸਿਆ ਹੈ। ਨਿਤਨੇਮ ਦਾ ਹਿੱਸਾ ਬਣ ਜਾਣ ਕਾਰਨ ਧੱਕੇ ਨਾਲ ਹੀ ਜ਼ਿਆਦਾਤਰ ਵਿਆਖਿਆਕਾਰਾਂ ਨੇ ਅਧੀਨ अस्पान का मायना वाहिगुरु कर दिता है। इस तो बाकी भी जोड़े शब्द हैं, सगल द्वार को छड़ के गए तुहारो द्वार, बाएं गए कि लाजास गोबिंद दास तुहार, ये भी नाल ही दसम ग्रंथ का ही एक होर दोहरा भी जोड़ दिता गया दोहरा, ऐसे चंड प्रताप ते देवन बड़े प्रताप, तीन लोग जय जय करें ररै नाम सत जाल। इत्थे पहले दोवें विच कवि ने भुलेखा पाउण वास्ते गोबिंद पद वरत लिया है ताकि ये 10वें पातशाह की रचना जाप है। दूजे दोहां विच फिर वही देवतियां वाले जय जयकार का जिक्र है जो गुरमत सिद्धांतां दे उल्ट है। प्रचलित आरती के अंत में जोड़िया गया बंद दसम ग्रंथ की एक रचना जाप साहब दे विचों है। ये बंद है चतर चक्रवर्ती चतर चक्र भुगते, स्वयंभव सुभंग सरदा सर्वयुक्ते, दुकालंग परासी दयालंग स्वरूपे, सदा अंग संगे अभंग विभूते। तो ये चीज़ां ने जिहड़ियां हन ये जिहड़ियां
ਦਸਮ ਗ੍ਰੰਥ ਵਿੱਚੋਂ ਲਈਆਂ ਗਈਆਂ ਹਨ। ਇਹਦੇ ਬਾਰੇ ਪੰਥ ਵਿੱਚ ਹਾਲੇ ਇੱਕ ਮਤ ਨਹੀਂ ਹੈ। ਕਈ ਸਾਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਮੰਨਦੇ ਹਨ, ਤੇ ਕਈ ਸਾਰੇ ਨੂੰ ਹੀ ਜਿਹੜੇ ਹਨ ਉਹ ਨਹੀਂ ਮੰਨਦੇ, ਤੇ ਕਈ ਹਨ ਉਹ ਕੁਝ ਮੰਨਦੇ ਹਨ, ਜਿਵੇਂ ਜਾਪ ਸਾਹਿਬ ਵਰਗੀ ਰਚਨਾ ਹੈ, ਅਕਾਲ ਉਸਤਤ ਹੈ, ਸਵਈਏ ਹਨ। ਤੋ ਇਸ ਤਰ੍ਹਾਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਉਹ ਮੰਨਦੇ ਹਨ। ਤੋ ਜਦ ਤੱਕ ਪੰਥ ਫੈਸਲਾ ਨਹੀਂ ਕਰਦਾ, ਸਾਨੂੰ ਵੀ ਆਪਣੇ ਵੱਲੋਂ ਕੋਈ ਫੈਸਲਾ ਅਸੀਂ ਨਹੀਂ ਦੇ ਸਕਦੇ। ਸਿਰਫ ਇਹ ਦੱਸ ਸਕਦੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਹਨ ਉਹਨਾਂ ਦੇ ਭਾਵ ਕੀ ਹਨ ਸਾਡੇ ਸਾਹਮਣੇ। ਉਪਰੋਕਤ ਵਿਚਾਰ ਵਿੱਚੋਂ ਸਪਸ਼ਟ ਹੋ ਗਿਆ ਕਿ ਇਸ ਪ੍ਰਚਲਿਤ ਸਿੱਖ ਆਰਤੀ ਵਿੱਚ ਜਿਹੜੇ ਵਿਚਾਰ ਦਿੱਤੇ ਗਏ ਹਨ, ਜਿਹੜੇ ਭਗਤਾਂ ਤੋਂ ਇਲਾਵਾ ਜਿਹੜੇ ਪਦ ਸ਼ਾਮਲ ਕੀਤੇ ਗਏ ਹਨ, ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ। ਹੋ ਸਕਦਾ ਹੈ ਕਿ ਇਸ ਮਿਲਾਵਟ ਦੇ ਵਿਰੁੱਧ ਕੁਝ ਆਵਾਜ਼ਾਂ ਉੱਠੀਆਂ ਹੋਣ, ਪਰ ਵਿਰੋਧ ਸ਼ਾਇਦ ਬਹੁਤ ਤਿੱਖਾ ਨਹੀਂ। ਕਾਰਨ ਗੁਰੂ ਅਸਥਾਨਾਂ ਤੇ ਕਾਬਜ ਬ੍ਰਾਹਮਣੀ ਸੋਚ ਵਾਲੇ ਪੁਜਾਰੀਆਂ ਨੇ ਸਿੱਖਾਂ ਨੂੰ ਗੁਰਬਾਣੀ ਵਿੱਚੋਂ ਵਿਚਾਰ ਤੋਂ ਹਟਾ ਕੇ ਤੋਤਾ ਰਟਣੀ, ਗੁਰਮਤਿ ਵਿਰੋਧੀ ਕਰਾਮਾਤੀਆਂ, ਸਾਖੀਆਂ ਦੀ ਕਥਾ ਅਤੇ ਅੰਨੀ ਸ਼ਰਧਾ ਆਦਿ ਦੇ ਜਾਲ ਵਿੱਚ ਫਸਾ ਦਿੱਤਾ ਸੀ। ਬਾਕੀ ਰਹਿੰਦੀ ਸਹਿੰਦੀ ਕਸਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਕਹਿਲਾਉਂਦੇ ਰਾਜ ਵੇਲੇ ਪੂਰੀ ਹੋ ਗਈ। ਉਸਨੇ ਖਾਲਸਾਈ ਰਵਾਇਤਾਂ ਬਣਾਉਣ ਦੀ ਥਾਂ ਬ੍ਰਾਹਮਣਵਾਦੀ ਸੋਚ ਵਾਲੇ ਲੋਕਾਂ ਨੂੰ ਆਪਣੇ ਸਲਾਹਕਾਰ ਤੇ ਮੰਤਰੀ ਨਿਯੁਕਤ ਕਰ ਲਿਆ, ਜਿਸ ਦਾ ਇੱਕ ਵੱਡਾ ਕਾਰਨ ਪੁੱਤਰ ਮੋਹ ਸੀ। ਤਾਂ ਹੀ ਉਸ ਸਮੇਂ ਤੱਕ ਸਿੱਖ ਸਮਾਜ ਦਾ ਸਿਧਾਂਤਕ ਪਤਨ ਇਤਨਾ ਗਿਰ ਗਿਆ ਸੀ ਕਿ ਆਮ ਕੇਸਾਧਾਰੀ ਹਿੰਦੂ ਦਾ ਹੀ ਰੂਪ ਹੋ ਗਿਆ। ਵਿਆਹ ਵੇਲੇ ਬੇਦੀ ਦੇ ਫੇਰੇ ਲਏ ਜਾਂਦੇ, ਸਿੱਖਾਂ ਵੀ ਸਾਰੇ ਬ੍ਰਾਹਮਣੀ ਕਰਮਕਾਂਡ ਅਤੇ ਅੰਧ ਵਿਸ਼ਵਾਸ ਪ੍ਰਚਲਿਤ ਹੋ ਚੁੱਕੇ ਸਨ। ਇਹ ਵੀ ਕਿਹਾ ਜਾਂਦਾ ਸੀ ਕਿ ਮਹਾਰਾਜਾ ਆਪ ਹਰ ਕੰਮ ਜੋਸ਼ੀ ਦੀ ਸਲਾਹ ਲੈ ਕੇ ਹੀ ਕਰਦਾ ਸੀ। ਤੋ ਸਿੱਖ ਭੇਖ ਵਾਲੇ ਬ੍ਰਾਹਮਣੀ ਪੁਜਾਰੀਆਂ ਨੇ ਜਦ ਵੇਖਿਆ ਕਿ ਪ੍ਰਚਲਿਤ ਆਰਤੀ ਦੀਆਂ ਕੱਚੀਆਂ ਰਚਨਾਵਾਂ ਰਲਾਉਣ ਤੋਂ ਵੀ ਜ਼ਿਆਦਾ ਵਿਰੋਧ ਨਹੀਂ ਹੋਇਆ, ਤਾਂ ਉਹਨਾਂ ਦੇ ਹੌਸਲੇ ਵੱਧ ਗਏ ਤੇ ਉਹਨਾਂ ਨੇ ਅਗਲਾ ਸਿਧਾਂਤ ਮਾਰੂ ਕਦਮ ਚੁੱਕਿਆ। ਉਹਨਾਂ ਨੇ ਸ਼ਾਮ ਵੇਲੇ ਪ੍ਰਚਲਿਤ ਆਰਤੀ ਕਰਦੇ ਸਮੇਂ ਟਲ ਖੜਕਾ ਕੇ, ਦੀਵੇ ਬਾਲ ਕੇ, ਕੇਸਰ ਆਦਿ ਦਾ ਟਿੱਕਾ ਲਾ ਕੇ, ਫਾਲ ਘੁਮਾ ਕੇ, ਫੁੱਲਾਂ ਦੀ ਵਰਖਾ ਆਦਿ ਰਾਹੀਂ ਆਰਤੀ ਕਰਨੀ ਸ਼ੁਰੂ ਕਰ ਦਿੱਤੀ ਗਈ। ਗੁਰਦੁਆਰੇ ਨੂੰ ਬ੍ਰਾਹਮਣੀ ਮੰਦਰ ਦਾ ਰੂਪ ਦੇ ਦਿੱਤਾ ਗਿਆ, ਜਿਵੇਂ ਕਿ ਤਖਤ ਪਟਨਾ ਸਾਹਿਬ ਔਰ ਹਜ਼ੂਰ ਸਾਹਿਬ ਵਿੱਚ ਹੁੰਦਾ ਹੈ। ਆਮ ਸਿੱਖ ਤਾਂ ਤੋਤਾ ਰਟਣੀਆਂ ਅੰਨੀ ਸ਼ਰਧਾ ਦੀ ਨੀਂਦਰ ਸੁੱਤਾ ਪਿਆ ਸੀ, ਤੇ ਹੁਣ ਵੀ ਸੁੱਤਾ ਪਿਆ ਹੈ ਤਕਰੀਬਨ। ਜਿਸ ਆਰਤੀ ਖੰਡਨ ਵਾਲੇ ਸ਼ਬਦ ਰਾਹੀਂ ਬ੍ਰਾਹਮਣੀ ਆਰਤੀ ਦਾ ਖੰਡਨ ਦ੍ਰਿੜ ਕਰਵਾਇਆ ਗਿਆ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ, ਉਸੇ ਸ਼ਬਦ ਨੂੰ ਪੜ੍ਹਦੇ ਹੋਏ ਆਮ ਸਿੱਖ ਉਹੀ ਬ੍ਰਾਹਮਣ ਆਰਤੀ ਕਰਨ ਲੱਗ ਪਿਆ। ਇਸ ਤੋਂ ਵੱਡਾ ਧਰੋਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾਲ ਹੋਰ ਕੀ ਹੋ ਸਕਦਾ ਹੈ। ਹਾਲਤ ਇੱਥੋਂ ਤੱਕ ਬਦਤਰ ਹੋ ਗਏ ਕਿ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਜਿਹੜੀਆਂ ਹਨ ਉਹ 1900 ਦੇ ਪਹਿਲੇ ਦਹਾਕੇ ਤੱਕ ਰੱਖੀਆਂ ਗਈਆਂ ਸਨ, ਜਿਹਨੂੰ ਗਿਆਨੀ ਦੇਸ ਸਿੰਘ ਔਰ ਉਹਨਾਂ ਨੇ ਬੜੀ ਹਿੰਮਤ ਨਾਲ ਉੱਥੋਂ ਉਠਾ ਕੇ ਤੇ ਦੁਰਗਿਆਨਾ ਮੰਦਿਰ ਵਿੱਚ ਉਹਨਾਂ ਨੂੰ ਪਹੁੰਚਾਇਆ। ਔਰ ਦੇਵ ਦੇਵਤਿਆਂ ਦੀ ਮੂਰਤੀਆਂ ਜੋ ਰੱਖੀਆਂ ਸਨ, ਸਿੱਖ ਸਮਾਜ ਆਪ ਵਾਪਸ ਉਸੇ ਹਾਲਤ ਵਿੱਚ ਪਹੁੰਚ ਗਿਆ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਜਿਹੜਾ ਹੈ ਉਹ ਕੱਢਿਆ ਸੀ। ਤੋ ਸਮਾਂ ਹੋ ਗਿਆ ਹੈ, ਮੈਂ ਜ਼ਿਆਦਾ ਵਿਚਾਰ ਆਪ ਜੀ ਦੇ ਨਾਲ ਹੋਰ ਨਹੀਂ ਕਰ ਸਕਾਂਗਾ, ਪਰ ਇੰਨੀ ਗੱਲ ਜ਼ਰੂਰ ਕਰਾਂਗਾ, ਕਬੀਰ ਸਾਹਿਬ ਦੇ ਜੋ ਵਾਕ ਹਨ ਉਹਨਾਂ ਨਾਲ ਸਮਾਪਤੀ ਕਰਾਂਗਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ में चूक अंधे एक ना लग गई, जो बांस बजाइए फूक। ਪ੍ਰਚਲਿਤ ਸਿੱਖ ਆਰਤੀ ਦੇ ਸਿਧਾਂਤਕ ਮਿਲਗੋਭੇਪਨ ਬਾਰੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦੀ ਟਿੱਪਣੀ ਨਾਲ ਮੈਂ ਅੱਜ ਦੀ ਵਿਚਾਰ ਨੂੰ ਸਮਾਪਤ ਕਰਦਾ ਹਾਂ। ਉਹ ਗੁਰਮਤਿ ਮਾਰਤੰਡ ਭਾਗ ਪਹਿਲਾ ਦੇ ਪੰਨਾ 70 ਉੱਪਰ ਲਿਖਦੇ ਹਨ ਕਿ ਸਿੱਖ ਨੇਮਾਂ ਤੋਂ ਅਗਿਆਤ ਕਈ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਅਤੇ ਚੰਡੀ ਚਰਿੱਤਰ ਦਾ ਸੋਈਆ, ਸੰਕਨ ਕੀ ਧੁਨ ਕੰਟਨ ਕੀ ਕਰ ਫੂਲਣ ਕੀ ਬਰਖਾ ਬਰਖਾਵੈ ਪੜ੍ਹ ਕੇ ਸੰਖ ਵਜਾਉਂਦੇ ਘੰਟੇ ਖੜਕਾਉਂਦੇ ਹੋਏ ਫੁੱਲ ਬਰਸਾਉਂਦੇ ਹਨ, ਜੋ ਦੇਵਤਿਆਂ ਵੱਲੋਂ ਕੀਤੀ ਦੁਰਗਾ ਦੀ ਆਰਤੀ ਦੀ ਹੀ ਨਕਲ ਹੈ। ਤੇ ਇਸ ਦੇ ਅੱਗੇ ਭਾਈ ਸਾਹਿਬ ਜੀ ਲਿਖਦੇ ਹਨ, ਭਾਈ ਕਾਹਨ ਸਿੰਘ ਜੀ ਨਾਭਾ, ਅਸੀਂ ਹੈਰਾਨ ਹਾਂ ਉਹਨਾਂ ਭਾਈਆਂ ਦੀ ਬੁੱਧੀ ਉੱਤੇ ਜੋ ਮੂੰਹੋਂ ਦੀਵਿਆਂ ਦੀ ਆਰਤੀ ਦਾ ਖੰਡਨ ਰੂਪ ਸ਼ਬਦ ਪੜ੍ਹਦੇ ਹਨ ਤੇ ਹੱਥਾਂ ਨਾਲ ਦੀਵੇ ਬਾਲ ਕੇ ਘਮਾਉਂਦੇ ਹਨ, ਅਰਥਾਤ ਗੁਰੂ ਸ਼ਬਦ ਵਿਰੁੱਧ ਕਿਰਿਆ ਕਰਦੇ ਹਨ। ਤੋ ਆਪ ਸਾਰਿਆਂ ਦੇ ਅੱਗੇ ਜੋ ਅੱਜ ਵਿਚਾਰ ਕੀਤੀ ਹੈ, ਇਸ ਵਿੱਚ ਵਿਚਾਰ ਕਰਦੇ ਹਨ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਉਹ ਭੁੱਲਾਂ ਮੇਰੀਆਂ ਹਨ, ਹੁਣ ਉਹਨਾਂ ਚਿਤਾਰਨਾ ਤੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।